ਜਦੋਂ 26 ਤਰੀਕ ਦੀ ਸ਼ਾਮ ਨੂੰ ਸਰਕਾਰ ਨੇ ਇੰਟਰਨੈਟ ਬੰਦ ਕਰਕੇ ਤੇ ਆਪਣੇ ਟੀਵੀ ਚੈਨਲਾਂ ਦੇ ਰਾਹੀਂ ਮੀਡੀਆ ਦੇ ਰਾਹੀਂ ਇੱਕ ਮਨੋਵਿਗਿਆਨਕ ਹਮਲਾ ਕੀਤਾ ਜਦੋਂ, ਤਾਂ ਉਸ ਹਮਲੇ ਦਾ ਜਿਹੜਾ ਸ਼ੌਕ ਹੈ ਉਹ ਕਿਸਾਨ ਲੀਡਰਸ਼ਿਪ ਦਾ ਬਿਲਕੁਲ ਹੀ ਨਹੀਂ ਝੱਲ ਸਕੀ। ਔਰ ਇਹਨਾਂ ਨੇ ਕਹਿ ਲਓ ਕਿ ਬਿਲਕੁਲ ਹਾਰੀ ਹੋਈ ਮਾਨਸਿਕਤਾ ਦੇ ਨਾਲ, ਮੈਂ ਤੇ ਕਹੂੰਗਾ ਕਿ ਰੋਗੀ ਮਾਨਸਿਕਤਾ ਦੇ ਨਾਲ 26 ਜਨਵਰੀ ਨੂੰ ਲਾਲ ਕਿਲ੍ਹੇ ਪਹੁੰਚਣ ਵਾਲੇ ਨੌਜਵਾਨਾਂ ਨੂੰ ਡਿਸਓਨ ਕੀਤਾ ਔਰ ਉਹਨਾਂ ਨੂੰ ਡੀਫੇਮ ਕੀਤਾ। ਜਦੋਂ ਸਾਡੇ ਮੋਰਚੇ ਨੇ ਉਹਨਾਂ ਨੂੰ ਡਿਸਓਨ ਤੇ ਡੀਫੇਮ ਕੀਤਾ ਆ, ਉਦੋਂ ਹਕੂਮਤ ਦਾ ਡੰਗ ਤੇਜ਼ ਹੋਇਆ ਹੈ। ਤੇ ਜੇ ਕੋਈ ਸਿੱਖਾਂ ਦੀਆਂ ਭਾਵਨਾਵਾਂ ਹਨ ਵੀ ਜਿਹੜੀਆਂ ਆਪਾਂ ਨੂੰ ਗਾਹੇ ਵਗਾਹੇ ਜ਼ਾਹਰ ਕਰਨੀਆਂ ਪੈਂਦੀਆਂ, ਜਦੋਂ ਕਿਤੇ ਸਿੱਖ ਸਿੰਬਲ ਦੇ ਖਿਲਾਫ ਬੋਲਿਆ ਜਾਂਦਾ ਰਿਹਾ ਜਾਂ ਕੋਈ ਸਿੱਖ ਪਰਸਨੈਲਿਟੀ ਦੇ ਖਿਲਾਫ ਬੋਲਿਆ ਜਾਂਦਾ ਰਿਹਾ, ਤਾਂ ਉਹ ਜਿਹੜੀਆਂ ਭਾਵਨਾਵਾਂ ਜੇ ਆਪਾਂ ਪਛਾਣੀਆਂ ਵੀ ਆ ਲੀਡਰਸ਼ਿਪ ਤੱਕ, ਉਹਦੇ ਲਈ ਜ਼ਰੂਰ ਇੱਕ ਕੋਆਰਡੀਨੇਸ਼ਨ ਵਗੈਰਾ ਚਾਹੀਦੀ ਆ ਜਿਹੜੀ ਸਿੱਖ ਭਾਵਨਾ ਦੇ ਵਿੱਚ ਸਟਰਗਲ ਕਰ ਰਹੀ ਹੈ। ਇਸ ਸਾਰੇ ਘਟਨਾਕ੍ਰਮ ਦੇ ਨਾਲ ਔਰ ਇਹਨਾਂ ਝੂਠੇ ਰਾਹਬਰਾਂ ਦੇ ਪਰਦੇ ਚਾਕ ਹੋ ਜਾਣ ਦੇ ਨਾਲ ਕੌਮ ਦੇ ਇੱਕ ਵੱਡੇ ਹਿੱਸੇ ਨੇ ਫਿਰ ਤੋਂ ਆਪਣੇ ਆਪ ਨੂੰ ਯਤੀਮ ਮਹਿਸੂਸ ਕੀਤਾ ਆ। ਪਰ ਅਜੇ ਜਿਹੜੀ ਚੀਜ਼ ਆ ਉਹ ਦੁਆ ਵਿੱਚ ਨਹੀਂ ਪਲਟੀ। ਕੌਮ ਦੀ ਦਾ ਜਿਹੜਾ ਦਰਦ ਆ ਉਹਦੀ ਸ਼ਿੱਦਤ ਅਖਤਿਆਰ ਨਹੀਂ ਕੀਤੀ ਕਿ ਉਹ ਕਾਮਲ ਦੁਆ ਵਿੱਚ ਪਲਟ ਜੇ ਤੇ ਉਹਨੂੰ ਇੱਕ ਕਾਮਲ ਫੈਜ਼ ਨਸੀਬ ਹੋ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਾਣਦੇ ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਜਿਹੜੇ ਨਵੇਂ ਕਾਨੂੰਨ ਬਣਾਏ ਸੀ ਖੇਤੀਬਾੜੀ ਸੰਬੰਧੀ, ਉਹਨਾਂ ਨੂੰ ਲੈ ਕੇ ਸੰਘਰਸ਼ ਚੱਲ ਰਿਹਾ ਤੇ ਤਕਰੀਬਨ 26 ਨਵੰਬਰ ਤੋਂ ਬਾਅਦ ਇਹ ਜਿਹੜਾ ਸੰਘਰਸ਼ ਸੀਗਾ, ਪਹਿਲਾਂ ਪੰਜਾਬ ਚ, ਉਸ ਤੋਂ ਬਾਅਦ ਇੱਕ ਨਵਾਂ ਮੋੜ ਲੈ ਗਿਆ ਸੀਗਾ। 26 ਨਵੰਬਰ ਤੋਂ ਲਗਾਤਾਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਡਟੇ ਹੋਏ ਆ ਤੇ ਉਹ ਬਿੱਲ ਜਿਹੜੇ ਆ ਉਹ ਰੱਦ ਕਰਵਾਉਣ ਦੇ ਲਈ ਅੜੇ ਹੋਏ ਆ। ਤੇ ਜਿਹੜੀ ਸਰਕਾਰ ਬਾਰ-ਬਾਰ ਇਹ ਗੱਲ ਦੁਹਰਾ ਰਹੀ ਹੈ ਕਿ ਬਿੱਲ ਰੱਦ ਤੋਂ ਇਲਾਵਾ ਹੋਰ ਜਿੰਨੀਆਂ ਵੀ ਸੋਧਾਂ ਤੁਹਾਨੂੰ ਚਾਹੀਦੀਆਂ ਉਹ ਕਰਵਾ ਲਓ, ਪਰ ਬਿੱਲ ਰੱਦ ਨਹੀਂ ਹੋਣਗੇ। ਉਸ ਦੇ ਦਰਮਿਆਨ ਜਿੱਦਾਂ ਆਪਾਂ ਜਾਣਦੇ ਹਾਂ ਕਿ ਜਦੋਂ ਸੰਘਰਸ਼ ਲੰਬੇ ਹੁੰਦੇ ਆ ਤਾਂ ਉਹਦੇ 'ਚ ਵੱਖ-ਵੱਖ ਤਰ੍ਹਾਂ ਦੇ ਉਤਰਾਅ ਚੜਾਅ ਆਉਂਦੇ ਰਹਿੰਦੇ ਆ, ਸੁਭਾਵਿਕ ਹੈ। ਉਹਨਾਂ ਨੂੰ ਕਿਸ ਤਰੀਕੇ ਟੈਕਲ ਕਰਨਾ ਹੈ, ਆਗੂਆਂ ਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਤਾਂ ਆਪਾਂ ਵੇਖਿਆ ਕਿ ਹੁਣੀ ਜਿਹੜੀ 26 ਜਨਵਰੀ ਲੰਘ ਕੇ ਗਈ ਹੈ, ਉਹਨੂੰ ਕੁਝ ਘਟਨਾਵਾਂ ਉਸ ਦਿਨ ਵਾਪਰਦੀਆਂ। ਘਟਨਾਵਾਂ ਤੋਂ ਬਾਅਦ ਲਗਾਤਾਰ ਹੁਣ ਤੱਕ ਵੀ ਜੇ ਆਪਾਂ ਦੇਖੀਏ ਤਾਂ 26 ਦੇ ਉੱਤੇ ਹੀ ਫੋਕਸਡ ਹੋ ਕੇ ਉਸੇ ਗੱਲ ਦੇ ਇਰਦ ਗਿਰਦ ਸਾਰੀ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਆ। ਵੱਖ-ਵੱਖ ਜਿਹੜੀਆਂ ਕਹਿ ਲਓ ਪੱਖਾਂ ਦੇ ਉੱਤੇ ਵੱਖ-ਵੱਖ ਵਿਚਾਰ ਨੇ ਬੰਦਿਆਂ ਤੇ ਵੱਖ-ਵੱਖ ਸਮਝ ਦੇ ਵਿੱਚੋਂ ਗੱਲ ਮੋੜ ਕੋੜ ਕੇ ਉੱਥੇ ਹੀ 26 ਦੇ ਇਵੈਂਟਸ ਦੇ ਉੱਤੇ ਆ ਰਹੀ ਹੈ। ਕੌਣ ਸਹੀ ਹੈ, ਕੌਣ ਗਲਤ ਹੈ, ਸਾਰੀ ਊਰਜਾ ਉਹਦੇ ਤੇ ਲੱਗੀ ਜਾ ਰਹੀ ਹੈ। ਜਦ ਕਿ ਆਪਾਂ ਜਾਣਦੇ ਹਾਂ ਕਿ 26 ਤੋਂ ਬਾਅਦ ਜਿਹੜੀਆਂ ਅਗਲੇ 2-3 ਦਿਨ ਨੇ ਉਹ ਕਾਫੀ ਅਹਿਮ ਸੀਗੇ ਸੰਘਰਸ਼ ਦੇ, ਜਿਹਦੇ 'ਚ ਕਾਫੀ ਹਿਲਜੁਲ ਹੁੰਦੀ ਹੈ ਤੇ ਸਟੇਟ ਆਪਣਾ ਜਿਹੜਾ ਸਖਤੀ ਵਾਲਾ ਰੰਗ ਵੀ ਸਟੇਟ ਵੱਲੋਂ ਦਿਖਾਇਆ ਜਾਂਦਾ ਹੈ। ਤੇ ਇੱਕ ਦੋ ਸਟੇਜ ਤੋਂ ਜਿਹੜੀਆਂ ਖਾਸ ਕਰ ਪ੍ਰਤੀਕਿਰਿਆ ਸੰਯੁਕਤ ਮੋਰਚੇ ਦੀ ਸਟੇਜ ਤੋਂ ਹੁੰਦੀ ਹੈ, ਉਹ ਕਾਫੀ ਕੁਝ ਅਹਿਮ ਸੀਗਾ ਜਿਹੜਾ 26 ਦੀਆਂ ਘਟਨਾਵਾਂ ਦੇ ਉੱਤੇ ਫੋਕਸਡ ਹੋਣ ਕਰਕੇ ਜਿਹਦੇ ਤੇ ਗੱਲਬਾਤ ਜਿਹੜੀ ਆ ਨਹੀਂ ਚੱਲ ਸਕੀ, ਜਿਹੜੀ ਕਿ ਚੱਲਣੀ ਚਾਹੀਦੀ ਸੀ। ਸੋ ਅੱਜ ਦੀ ਆਪਾਂ ਇਸ ਗੱਲਬਾਤ ਦੇ ਵਿੱਚ ਯਤਨ ਕਰਾਂਗੇ ਕਿ ਜਿਹੜਾ 26 ਤੋਂ ਬਾਅਦ ਵਾਲੇ ਦਿਨ ਸੀਗੇ ਉਹਨਾਂ ਦੇ ਉੱਤੇ ਕੇਂਦਰਿਤ ਹੋ ਕੇ ਤੇ ਉਸ ਤੋਂ ਬਾਅਦ ਹੁਣ ਤੱਕ ਦੀ ਜਿਹੜੀ ਸਿਚੁਏਸ਼ਨ ਆ ਉਹਦੇ ਤੇ ਕੇਂਦਰਿਤ ਹੋ ਕੇ ਆਪਣੀ ਗੱਲਬਾਤ ਕਰਨ ਦਾ ਅਸੀਂ ਯਤਨ ਕਰਾਂਗੇ। ਇਸ ਗੱਲਬਾਤ ਦੇ ਵਿੱਚ ਸਾਡੇ ਨਾਲ ਭਾਈ ਮਨਧੀਰ ਸਿੰਘ ਤੇ ਡਾਕਟਰ ਕਮਲਜੀਤ ਸਿੰਘ ਨੇ। ਸੋ ਸਵਾਗਤ ਕਰਦੇ ਹਾਂ ਭਾਈ ਮਨਧੀਰ ਸਿੰਘ ਤੇ ਡਾਕਟਰ ਕਮਲਜੀਤ ਸਿੰਘ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਗੱਲਬਾਤ ਸ਼ੁਰੂ ਕਰਦੇ ਹਾਂ। ਭਾਈ ਮਨਧੀਰ ਸਿੰਘ ਜੀ, ਆਪਾਂ ਜਾਣਦੇ ਹਾਂ ਕਿ 25 ਤੇ 26 ਨੂੰ ਕੁਝ ਘਟਨਾਵਾਂ ਵਾਪਰਦੀਆਂ, ਉਹ ਠੀਕ ਵਾਪਰੀਆਂ ਜਾਂ ਗਲਤ ਵਾਪਰੀਆਂ ਉਹਨੂੰ ਛੱਡ ਲਈਏ, ਪਰ ਜੇਕਰ ਉਹ ਤੋਂ ਪਹਿਲਾਂ ਦੀ ਜਿਹੜੀ ਸਥਿਤੀ ਹੈ, ਉਹ ਸੰਘਰਸ਼ ਕਰਨ ਵਾਲੇ ਆਗੂ ਤੇ ਸੰਘਰਸ਼ ਦੀ ਜਿਹੜੀ ਸਥਿਤੀ ਹੈ ਤੇ 26 ਤੋਂ ਬਾਅਦ ਉਹਦੇ 'ਚ ਤੁਸੀਂ ਕੀ ਜਿਹੜਾ ਆ ਬਦਲ ਵੇਖਦੇ ਹੋ, ਕੀ ਫਰਕ? ਦੇਖੋ, ਮੈਂ ਤਾਂ ਪਹਿਲਾਂ ਵੀ ਕਈ ਵਾਰ ਕਿਹਾ ਸੀਗਾ ਕਿ ਜਿਹੜੀ ਪਹਿਲੇ 4 ਮਹੀਨੇ ਚੱਲਦੀ ਰਹੀ ਆ ਉਹ ਕੋਈ ਸੰਘਰਸ਼ ਨਹੀਂ ਸੀਗਾ ਨਾ, ਉਹ ਤਾਂ ਮੇਲਾ ਸੀਗਾ, ਆਮ ਲੋਕਾਂ ਦੇ ਲਈ ਮੇਲਾ ਸੀਗਾ। ਤੇ ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਦਿਨ ਬ ਦਿਨ ਚੜ੍ਹਦੀ ਕਲਾ ਹੁੰਦੀ ਗਈ, ਜਿਹੜੇ ਉਹਦੇ ਕਿਸਾਨ ਯੂਨੀਅਨ ਦੇ ਲੀਡਰ ਸੀਗੇ ਜਾਂ ਕਿਸਾਨ ਯੂਨੀਅਨ ਤੋਂ ਬਿਨਾਂ ਜਿਹੜੇ ਬਾਕੀ ਕੁਛ ਇਹਦੇ ਵਿੱਚ ਆਗੂ ਸ਼ਾਮਲ ਸੀਗੇ, ਉਹਨਾਂ ਦੇ ਲਈ ਇਹ ਇੱਕ ਕਿਸਮ ਦੀ ਜਿਹੜੀ ਭਵਿੱਖ ਦੀ ਪੋਲਿਟਿਕਸ ਹੈ ਉਹਦੇ ਰਾਹ ਸਿੱਧੇ ਕਰਨ ਦਾ ਇੱਕ ਸਬੱਬ ਬਣ ਗਿਆ ਹੋਇਆ ਸੀਗਾ।
ਤੋ ਪਹਿਲੇ 4 ਮਹੀਨੇ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਸਹਿਯੋਗ ਮਿਲਿਆ, ਸੱਚੇ ਪਾਤਸ਼ਾਹ ਦੀ ਕਿਰਪਾ ਰਹੀ, ਉਹਦੇ ਕਰਕੇ ਇਹ ਚੜ੍ਹਦੀ ਕਲਾ 'ਚ ਹੀ ਗਿਆ, ਹਨਾ। ਬਟ 26 ਤਰੀਕ ਦੀ ਸ਼ਾਮ ਤੋਂ ਲੈ ਕੇ 30 ਤਰੀਕ ਦੀ ਸ਼ਾਮ ਤੱਕ 4 ਦਿਨ ਲਈ ਇਹ ਸੰਘਰਸ਼ ਬਣਿਆ। 4 ਦਿਨ ਤੋਂ ਬਾਅਦ ਉਹ ਫੇਰ ਦੁਬਾਰਾ ਹੁਣ ਹੌਲੀ ਹੌਲੀ ਮੇਲੇ ਦਾ ਰੂਪ ਧਾਰਨ ਲੱਗ ਗਿਆ ਹੋਇਆ। ਤੋ ਉਹ 4 ਦਿਨ ਹੈ ਜਿਹੜੇ ਉਹ ਬੜੇ ਕਰੂਸ਼ਲ ਸੀਗੇ, ਜਿੱਦਾਂ ਤੁਸੀਂ ਕਿਹਾ ਹੈ ਨਾ। ਬਟ ਮੇਰਾ ਜੋ ਮੈਨੂੰ ਲੱਗਿਆ ਕਿ ਉਹ ਜਿਹੜੇ 4 ਦਿਨ ਹੈ ਉਹਨਾਂ ਦੇ ਬਾਰੇ ਜ਼ਿਕਰ ਉਹਨਾਂ ਦੇ ਵਿੱਚ ਕਿਆ ਹੋਇਆ, ਉਹ ਕਿਉਂ ਨਹੀਂ ਹੋ ਰਿਹਾ। ਮੈਨੂੰ ਲੱਗਦਾ ਕਿ ਜਦੋਂ 26 ਤਰੀਕ ਦੀ ਸ਼ਾਮ ਨੂੰ ਸਰਕਾਰ ਨੇ ਇੰਟਰਨੈਟ ਬੰਦ ਕਰਕੇ ਤੇ ਆਪਣੇ ਟੀਵੀ ਚੈਨਲਾਂ ਦੇ ਰਾਹੀਂ, ਮੀਡੀਆ ਦੇ ਰਾਹੀਂ ਇੱਕ ਮਨੋਵਿਗਿਆਨਕ ਹਮਲਾ ਕੀਤਾ ਜਦੋਂ, ਤਾਂ ਉਸ ਹਮਲੇ ਦਾ ਜਿਹੜਾ ਸ਼ੌਕ ਹੈ ਉਹ ਕਿਸਾਨ ਲੀਡਰਸ਼ਿਪ ਤਾਂ ਬਿਲਕੁਲ ਹੀ ਨਹੀਂ ਝੱਲ ਸਕੀ। ਤੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹਾਦਸਿਆਂ 'ਚ ਲੋਕ ਦੇਖੇ ਨੇ, ਬੜੇ ਡਰੇ ਹੋਏ ਦੇਖੇ ਨੇ, ਪਰ ਸਮੁੱਚੀ ਕਿਸਾਨ ਲੀਡਰਸ਼ਿਪ, ਕੱਲੀ ਸੰਯੁਕਤ ਮੋਰਚੇ ਦੀ ਨਹੀਂ, ਸਾਰੀ, ਤੇ ਉਸ ਦਿਨ ਸਾਰੀ ਕਿਸਾਨ ਲੀਡਰਸ਼ਿਪ ਇੰਨੀ ਡਰੀ ਹੋਈ ਸੀਗੀ। ਉਹ ਮਤਲਬ 30 ਤਰੀਕ ਤੱਕ ਵੀ ਡਰਦੀ ਹਾਲਾਤ 'ਚ ਹੀ ਮੈਂ ਦੇਖੀ। ਉਹਨਾਂ 'ਚੋਂ ਕਈ ਬੰਦਿਆਂ ਨੂੰ ਮੈਂ ਉੱਥੇ ਮਿਲਿਆ, ਉਹਨਾਂ ਦੀ ਹੌਸਲਾ ਅਫਜ਼ਾਈ ਲਈ ਸਾਰੀ ਤਰ੍ਹਾਂ ਦੀ, ਚਾਹੇ ਉਹ ਸੰਯੁਕਤ ਮੋਰਚੇ ਦੀ ਹੋਵੇ, ਚਾਹੇ ਮਹਿੰਦਰ ਸਿੰਘ ਰਾਕੇਸ਼ ਟਕੈਤ ਹੋਣ, ਚਾਹੇ ਆਪਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਲੀਡਰਸ਼ਿਪ ਸੀਗੀ, ਸਾਰੇ ਉਸ ਜਿਹੜਾ ਉਹ ਮਨੋਵਿਗਿਆਨਕ ਹਮਲਾ ਹੋਇਆ ਉਹਦੇ ਤੋਂ ਡਰ ਗਏ ਸੀਗੇ ਬਹੁਤ ਜ਼ਿਆਦਾ। ਤੋ ਉਹ ਜਿਹੜਾ ਇੱਕ ਸ਼ੌਕ ਦਾ ਅਸਰ ਸੀਗਾ ਉਹ ਕੱਲੀ ਕਿਸਾਨ ਯੂਨੀਅਨ ਦੀ ਲੀਡਰਸ਼ਿਪ ਤੇ ਨਹੀਂ ਹੋਇਆ, ਉਹ ਬਹੁਤ ਤਰ੍ਹਾਂ ਦੇ ਜਿਹੜੇ ਹਿੱਸੇ ਸੀਗੇ, ਜਿਹੜੇ ਸਟਰਗਲ ਦੇ ਹਮਦਰਦ ਸੀਗੇ, ਸਹਿਯੋਗੀ ਰਹੇ ਆ ਇਹਦੇ ਵਿੱਚ, ਉਹਨਾਂ ਸਾਰਿਆਂ ਤੇ ਹੋਇਆ। ਚਾਹੇ ਉਹ ਨੌਜਵਾਨਾਂ ਦੇ ਆਗੂ ਸੀਗੇ, ਚਾਹੇ ਉਹ ਵਿਸ਼ਲੇਸ਼ਕ ਸੀਗੇ, ਚਾਹੇ ਆਪਣੇ ਇੰਟਰਨੈਟ ਦੇ ਉੱਤੇ ਇਸ ਮੁਹਿੰਮ ਦੇ ਪ੍ਰਚਾਰਕ ਸੀਗੇ, ਉਹ ਸਾਰੇ ਉਸ ਸ਼ੌਕ 'ਚ ਆ ਕੇ 26 ਤਰੀਕ ਸ਼ਾਮ ਦੀ ਘਟਨਾ ਤੇ ਰੋਕ ਗਏ। ਪਰ ਉਹ ਜਿੱਦਾਂ ਆਪਾਂ ਪਹਿਲਾਂ ਵੀ ਪੜ੍ਹਿਆ, ਇਹ ਬੜਾ ਮਸ਼ਹੂਰ ਹੁਣ ਇੱਕ ਜਿਹੜਾ ਲੋਕਾਂ 'ਚ ਇਹਦਾ ਪ੍ਰਚਾਰ ਵੀ ਹੈ ਇਸ ਸਿਧਾਂਤ ਦਾ ਵੀ ਜਦ ਕੋਈ ਵੀ ਚੇਂਜਸ ਲਿਆਉਣੀਆਂ ਹੋਣ ਤਾਂ ਸੁਸਾਇਟੀ ਸ਼ੌਕ ਕਰ ਦਿਓ। ਤਾਂ ਉਸ ਸ਼ੌਕ ਦੇ ਵਿੱਚੋਂ ਨਿਕਲ ਨਹੀਂ ਸਕੇ, ਤਾਂ ਉਹਨਾਂ ਨੇ ਆਪਣਾ ਉਸ ਜਦ ਸੁਸਾਇਟੀ ਸ਼ੌਕ ਚਲੇ ਗਈ ਤੇ ਉਹਨਾਂ ਨੇ 27 ਤਰੀਕ ਤੋਂ ਆਪਣਾ ਜਿਹੜਾ ਗਰਾਊਂਡ ਦੇ ਉੱਤੇ ਫਿਜ਼ੀਕਲ ਹਮਲਾ ਸੀਗਾ ਉਹ ਸ਼ੁਰੂ ਕਰ ਦਿੱਤਾ। 27 ਤਰੀਕ ਨੂੰ ਉੱਥੇ ਮਤਲਬ ਇਹ ਸਾਰੀਆਂ ਖਬਰਾਂ ਆਉਣ ਲੱਗ ਗਈਆਂ ਸੀਗੀਆਂ, ਉਹ ਨੈਟ ਤੇ ਵੀ ਆਈਆਂ, ਪਰ ਉਹਨਾਂ ਦੇ ਉੱਤੇ ਤਵੱਜੋ ਨਹੀਂ ਗਈ ਕਿਸੇ ਦੀ। ਰਸਤੇ 'ਚ ਆਉਂਦੀਆਂ ਜਿਹੜੀਆਂ ਟਰਾਲੀਆਂ ਸੀਗੀਆਂ, ਜਿਹੜੀਆਂ ਕੱਲੀਆਂ ਦੁਕੱਲੀਆਂ ਆਈਆਂ, ਉਹ ਰੋਕਣੀਆਂ ਸ਼ੁਰੂ ਕਰ ਦਿੱਤੀਆਂ। ਜਿੱਦਾਂ ਗੁਰਦਾਸਪੁਰ ਤੋਂ ਇੱਕ ਸੀਗੀਆਂ, 4 ਟਰਾਲੀਆਂ ਸੀਗੀਆਂ, ਉਹ 4 ਟਰਾਲੀਆਂ ਰੋਕ ਕੇ 100 ਕੁ ਬੰਦੇ ਨੇ ਉਹਨਾਂ ਤੇ ਨਾਲ ਬਦਕਲਾਮੀ ਕੀਤੀ। ਉਹ ਕੁਦਰਤ ਵੱਸ ਇਹ ਆ ਕਿ ਪਿੱਛੋਂ ਥੋੜੀਆਂ ਹੋਰ ਟਰਾਲੀਆਂ ਆ ਗਈਆਂ, ਉਹ ਇਕੱਠੇ ਹੋ ਗਏ। ਮੁੜ ਕੇ ਫਿਰ ਉਹਨਾਂ ਨੇ 200 ਟਰਾਲੀ ਦਾ ਕਾਫਲਾ ਬਣਾ ਕੇ ਗਏ। ਗਰਾਉਂਡੇ ਜਿਹੜਾ ਲੰਗਰ ਸੀਗਾ, ਮੇਨ ਲੰਗਰ ਸੀਗਾ ਪੰਜਾਬ ਚੋਂ ਆਉਣ ਵਾਲਿਆਂ ਦੀ, ਦਿੱਲੀ ਤੋਂ ਨਿਕਲਦੇ ਅਨਸਾਰ, ਉਹ ਲੰਗਰ ਜਿਹੜਾ ਉਹ MLA ਸੀਗਾ ਉੱਥੇ BJP ਦਾ, ਇੱਕ ਉਹਨੇ ਆ ਕੇ ਪਟਵਾਇਆ, ਉਹ ਪੱਟਣਾ ਪੈ ਗਿਆ। ਇੱਕ ਹੋਰ ਲੰਗਰ ਸ਼ਿਫਟ ਕਰਨਾ ਪੈ ਗਿਆ। ਇੱਥੋਂ ਤੱਕ ਕਿ ਕਰਨਾਲ ਦੇ ਵਿੱਚ ਅਸੰਧ ਤਹਿਸੀਲ ਆ, ਜਿੱਥੇ ਸਿੱਖ ਕਾਫੀ ਗਿਣਤੀ ਦੇ ਵਿੱਚ ਹੈਗੇ ਆ, ਜਿੱਥੋਂ MLA ਵੀ ਸਿੱਖ ਬਣ ਜਾਂਦਾ। ਉਸ ਤਹਿਸੀਲ ਦੇ ਵਿੱਚ ਵੀ ਜਿਹੜੇ ਸ਼ਰਾਰਤੀ ਬੰਦੇ ਸੀਗੇ ਉਹਨਾਂ ਨੇ ਸਿੱਖਾਂ ਤੇ, ਇੱਥੋਂ ਵਾਪਸਾਂ ਦੇ ਸਿੱਖਾਂ ਤੇ ਹਮਲੇ ਦੀ ਕੋਸ਼ਿਸ਼ ਕੀਤੀ। ਤੇ ਇੱਕ ਖਬਰ ਉੱਥੇ ਮੈਨੂੰ ਇੱਕ ਕਿਸਾਨ ਯੂਨੀਅਨ ਦੇ ਲੀਡਰ ਨੇ ਦਿੱਤੀ ਸੀਗੀ ਕਿ ਜੀਨਤ ਦੇ ਆਸ-ਪਾਸ ਕੋਈ 2 ਨੌਜਵਾਨ ਵੀ ਜਿਹੜੇ ਉਹ ਬੱਸ ਤੋਂ ਲਾਹੇ ਗਏ ਸੀਗੇ, ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ ਜਾਂ ਕਿਆ ਹੋਇਆ ਉਹ ਨਹੀਂ ਪਤਾ ਲੱਗਾ, ਹਨਾ। ਤੋ ਜਿਹੜੀਆਂ 28 ਤਰੀਕ ਤੋਂ ਹੀ ਉੱਥੋਂ ਜਿਹੜੀ ਆਪਣੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਸੀਗੀ, ਜਿਹੜੀ ਦਿੱਲੀ ਵਾਲੇ ਪਾਸੇ ਸੀਗੀ, ਉਹ ਤੇ 28 ਤਰੀਕ ਨੂੰ ਪਹਿਲੀ ਵਾਰ ਉਹਨਾਂ ਨੇ ਆ ਕੇ ਹਮਲਾ ਕੀਤਾ। ਫਿਰ 28 ਨੂੰ ਰਿਹਾ, 29 ਨੂੰ, 30 ਨੂੰ, ਇਸੇ ਤਰ੍ਹਾਂ ਟੀਕਰੀ ਵੀ ਹੋਇਆ। ਤੇ ਜਿਹੜੀ ਰਾਕੇਸ਼ ਟਕੈਤ ਉਹਨਾਂ ਦੀ 28 ਤਰੀਕ ਨੂੰ ਗ੍ਰਿਫਤਾਰੀ ਹੋਈ ਆ, ਉਹ ਆਪਾਂ ਸਾਰਿਆਂ ਨੂੰ ਪਤਾ ਕਿ ਜਿਸ ਤਰ੍ਹਾਂ ਰਾਕੇਸ਼ ਟਕੈਤ ਬੇਵਸੀ 'ਚ ਰੋਏ, ਉੱਥੇ 300 ਬੰਦਾ ਰਹਿ ਗਿਆ ਸੀਗਾ। ਉਹ ਜਦੋਂ ਰਾਕੇਸ਼ ਟਕੈਤ ਨੇ ਸਰੈਂਡਰ ਕਰਨਾ ਮੰਨ ਲਿਆ ਸੀਗਾ ਤੇ ਉਹ DC ਗ੍ਰਿਫਤਾਰ ਕਰਨ ਆਇਆ ਸਟੇਜ ਤੇ, ਉਸ ਵਕਤ ਹੀ ਜਿਹੜੇ ਕੁਝ ਕਿਸਾਨ ਉਹ ਸਟੇਜ ਤੋਂ ਅੱਗੇ ਪਿੱਛੇ ਗਏ ਤੇ ਉਹਨਾਂ ਨੂੰ ਜਲੀਲ ਕੀਤਾ। ਉੱਥੇ 2 MLA ਸੀਗੇ ਦੱਸੇ ਜਾਂਦੇ BJP ਦੇ, ਉਹਨਾਂ ਦੇ ਨਾਲ 500-700 ਗੁੰਡਾ ਆਲਰੇਡੀ ਆਇਆ ਹੋਇਆ ਸੀਗਾ। ਤਾਂ ਉਹਨਾਂ ਨੇ ਆ ਕੇ ਰਾਕੇਸ਼ ਟਕੈਤ ਉਹਨਾਂ ਨੂੰ ਕਿਹਾ ਵੀ ਜੇ ਤੁਹਾਨੂੰ ਇਹ ਗ੍ਰਿਫਤਾਰ ਕਰ ਲੈਣਗੇ ਸਾਨੂੰ ਇਹ ਜਲੀਲ ਕਰਨਗੇ। ਤਾਂ ਰਾਕੇਸ਼ ਟਕੈਤ ਨੇ DC ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਇੱਥੋਂ ਸੇਫ ਕੱਢੋ ਪਹਿਲਾਂ, ਮੈਂ ਫਿਰ ਗ੍ਰਿਫਤਾਰੀ ਦਊਂਗਾ। DC ਨੇ ਥੋੜਾ ਸਖਤ ਲਫ਼ਜ਼ਾਂ 'ਚ ਉਹਨੂੰ ਕਹਿਤਾ, ਕਹਿੰਦਾ ਵੀ ਮੈਨੂੰ ਤਾਂ ਤੁਹਾਨੂੰ ਗ੍ਰਿਫਤਾਰ ਕਰਕੇ 15 ਮਿੰਟ 'ਚ ਖਾਲੀ ਕਰਾਉਣ ਦਾ ਹੁਕਮ ਹੈ, ਕਿਸੇ ਨੂੰ ਸੇਫ ਕੱਢਣ ਦਾ ਨਹੀਂ ਮੈਨੂੰ ਹੁਕਮ।
ਉਸ ਬੇਵਸੀ 'ਚ ਰਕੇਸ਼ ਟਕੈਤ ਰੋਇਆ। ਤੋ ਉਸ ਤਰ੍ਹਾਂ ਦੀਆਂ ਘਟਨਾਵਾਂ ਬਣ ਗਈਆਂ ਸੀਗੀਆਂ। ਦਿੱਲੀ ਤੋਂ ਜਿਹੜੇ ਆਪਣੇ ਇੱਕ ਜਾਣਕਾਰ ਬੰਦੇ ਸੀਗੇ, ਉਹਨਾਂ ਨੇ ਮੈਨੂੰ 29 ਤਰੀਕ ਨੂੰ ਦੱਸਿਆ ਕਿ ਦਿੱਲੀ ਦੇ ਇੱਕ ਮੈਂਬਰ ਪਾਰਲੀਮੈਂਟ ਨੇ, ਜਿਹਦਾ ਦਿੱਲੀ ਦੇ ਫਰਵਰੀ ਵਾਲੇ ਦੰਗਿਆਂ ਦੇ ਵਿੱਚ ਵੀ ਨਾਂ ਆਉਂਦਾ ਸੀਗਾ, ਕਿ ਉਹਨੇ ਦਿੱਲੀ ਦੇ ਗੈਂਗਸਟਰ ਇਕੱਠੇ ਕਰਕੇ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਸਿੱਖਾਂ ਨੂੰ ਜਾਂ ਕਿਸਾਨਾਂ ਨੂੰ ਇੱਥੋਂ ਭਜਾ ਦਿਓਗੇ ਤੇ ਅਸੀਂ ਤੁਹਾਨੂੰ ਪ੍ਰੋਟੈਕਟ ਕਰਾਂਗੇ, ਤੁਹਾਨੂੰ ਗਾਹਾਂ ਨੂੰ ਵੀ ਐਡਜਸਟ ਕਰਾਂਗੇ, ਹਨਾ। ਤੋ ਜਿਹੜੇ ਦਿੱਲੀ ਦੇ ਆਸ-ਪਾਸ ਇੱਕ ਕੁਛ 15 ਪਿੰਡ ਹੈਗੇ ਖਾਸ ਕਮਿਊਨਿਟੀ ਦੇ, ਜਿਸ ਕਮਿਊਨਿਟੀ ਨੇ 84 ਵੇਲੇ ਵੀ ਮਤਲਬ ਕਤਲੇਆਮ 'ਚ ਕਾਫੀ ਹਿੱਸਾ ਪਾਇਆ ਸੀਗਾ, ਹਨਾ। ਉੱਥੇ ਇਕੱਠ ਹੋਏ। ਜਿਹੜਾ ਉੱਥੇ ਸਿੰਘੂ ਬਾਰਡਰ ਦੇ ਉੱਤੇ TDI ਮਾਲ ਦੇ ਪਿਛਲੇ ਪਾਸੇ ਇੱਕ ਗੁਰਦੁਆਰਾ ਹੈ ਬਾਬਾ ਬੁੱਢਾ ਜੀ ਦਾ, ਉਹ ਮਤਲਬ ਲਗਭਗ ਉਹ ਬਿਲਕੁਲ ਰਿਹਾਇਸ਼ੀ ਕਲੋਨੀ ਦੇ ਬਾਹਰ ਪੈਂਦਾ। ਉੱਥੇ DSP ਇਲਾਕੇ ਦਾ DSP ਆ ਕੇ ਖੁਦ ਯਾਨੀ ਕਿ ਗੁਰਦੁਆਰਾ ਪ੍ਰਬੰਧਕਾਂ ਨੂੰ ਕਹਿ ਗਿਆ ਕਿ ਤੁਹਾਡੀ ਸਿਕਿਉਰਿਟੀ ਸ਼ਾਇਦ ਸਾਡੇ ਵੱਸ ਦੀ ਨਹੀਂ ਹੈ, ਤੁਸੀਂ ਇਹਨੂੰ ਆਪ ਇਹਦਾ ਕੋਈ ਇੰਤਜ਼ਾਮ ਕਰੋ। ਉੱਥੋਂ ਅੰਮ੍ਰਿਤਸਰ ਦੇ ਸਿੰਘ ਸੀਗੇ ਜਿਹੜੇ ਜਿਸ ਵਕਤ DSP ਆਇਆ ਉੱਥੇ ਸੀਗੇ। ਤੋ ਜਾਣੀ ਕਿ ਉਹ ਜਿਹੜੀਆਂ ਖਬਰਾਂ ਆਈਆਂ ਲਗਾਤਾਰ ਉੱਥੇ ਸਾਨੂੰ ਰਹਿੰਦਿਆਂ ਨੂੰ, ਤੇ ਉਹ ਖਬਰਾਂ TV ਤੇ ਵੀ ਆਈਆਂ, ਪਰ ਆਪਣੀ ਸੁਸਾਇਟੀ ਇੰਨੀ ਸ਼ੌਕਡ ਹੋ ਗਈ ਸੀਗੀ। ਉਹ ਜਿਹੜੀ 27 ਤੋਂ ਸਿਚੁਏਸ਼ਨ ਡਿਵੈਲਪ ਹੋਣ ਲੱਗ ਗਈ ਸੀਗੀ ਇੱਥੇ, ਜਿਹੜੀ ਸਰਕਾਰ 84 ਵਾਂਗੂ ਕਰਨਾ ਚਾਹੁੰਦੀ ਸੀਗੀ, ਹਨਾ। ਸਾਡੀ ਤਵੱਜੋ ਉਹਦੇ ਤੇ ਹੋਣ ਦੀ ਬਜਾਏ, ਜਾਂ ਉਹ ਸਥਿਤੀ ਕਿੱਦਾਂ ਆਪਾਂ ਡਿਫੈਂਡ ਕਰਨੀ ਆ, ਉਹ ਡਿਫੈਂਡ ਕਰਨ ਦੀ ਬਜਾਏ ਉਹ ਜੋ ਠੀਕ ਹੋਇਆ ਜੋ ਗਲਤ ਹੋਇਆ ਉਹਦੇ ਤੇ ਰੋਕੀ। ਤਾਂ ਮੈਨੂੰ ਲੱਗਦਾ ਕਿ ਜਿਹੜਾ ਉਹ ਮਨੋਵਿਗਿਆਨਕ ਹਮਲਾ ਸੀਗਾ, ਉਹਦਾ ਆਪਣੇ ਸਿੱਖਾਂ ਦੇ ਜਾਂ ਕਿਸਾਨਾਂ ਦੇ ਜਿੰਨੇ ਵੀ ਹਮਦਰਦ ਸੀਗੇ, ਉਹਦੇ ਇੱਕ ਬਹੁਤ ਵੱਡੇ ਹਿੱਸੇ ਤੇ ਬਹੁਤ ਬੁਰੀ ਤਰ੍ਹਾਂ ਹੋ ਗਿਆ। ਮੈਨੂੰ ਇਸ ਗੱਲ ਦਾ 30 ਤਰੀਕ ਸ਼ਾਮ ਨੂੰ ਅਹਿਸਾਸ ਹੋਇਆ। ਮੈਨੂੰ ਵੀ ਆਪ ਥੋੜਾ ਮੈਂ ਹੈਰਾਨੀ ਸੀਗਾ ਵੀ ਇੱਥੇ ਇੰਨਾ ਕੁਝ ਚੱਲ ਰਿਹਾ, ਲਗਾਤਾਰ ਹਮਲਾ ਹੋ ਰਿਹਾ, ਲਗਾਤਾਰ ਖਬਰਾਂ ਜਾ ਰਹੀਆਂ ਵੀ ਕੋਈ ਮਦਦ ਨੂੰ ਕਿਉਂ ਨਹੀਂ ਆ ਰਿਹਾ ਪੰਜਾਬ ਚੋਂ। ਤੋ 30 ਤਰੀਕ ਨੂੰ ਮੈਨੂੰ ਕੁਝ ਨੌਜਵਾਨ ਸੀਗੇ, ਉਹ ਲੁਧਿਆਣੇ ਤੋਂ ਗਏ। ਉਹਨਾਂ ਨੇ ਜਦੋਂ ਮੇਰੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਸਮਾਂ ਕਿਹਾ ਵੀ ਤੁਸੀਂ ਆਹ ਚੀਜ਼ ਕਿਉਂ ਨਹੀਂ ਡਿਫੈਂਡ ਕਰ ਰਹੇ, ਆਹ ਕਿਉਂ ਨਹੀਂ ਡਿਫੈਂਡ ਕਰ ਰਹੇ। ਪਹਿਲਾਂ ਤਾਂ ਮੈਂ ਸਰਸਰੀ ਦੇ ਦਿੱਤਾ ਜਵਾਬ, ਮੈਂ ਕਿਹਾ ਵੀ ਇੱਥੇ ਨੈਟ ਨਹੀਂ ਚੱਲਦਾ ਹੈ, ਨੈਟ ਦੇ ਉੱਤੇ ਹੁਣ ਅਸੀਂ ਕਿਹੜੀ ਚੀਜ਼ ਡਿਫੈਂਡ ਕਰੀਏ। ਫਿਰ ਉਹ ਜਦ 1 ਘੰਟਾ ਲਗਾਤਾਰ ਇਨਸਿਸਟ ਕਰੀ ਗਏ ਨਾ, ਫਿਰ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਹਮਲਾ ਹੋ ਰਿਹਾ, ਇੱਥੇ ਚੱਲ ਰਹੇ ਹਮਲੇ ਦੇ ਵਿੱਚ ਸਾਡੀ ਪ੍ਰਾਇੋਰਟੀ ਇਹ ਆ ਕਿ ਆਪਾਂ ਇੱਥੇ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਕਿੱਦਾਂ ਸੇਫ ਰੱਖਣਾ। ਤੇ ਜਿਹੜੀ ਮਾਝੇ ਵਾਲੀ ਸਟੇਜ ਹੈ ਉਹਦੇ ਉੱਤੇ 300 ਬੰਦਾ ਹੀ ਆ ਜਿਹੜਾ ਸਟੇਜ ਨੂੰ ਡਿਫੈਂਡ ਕਰਨ ਲਈ 2-3 ਦਿਨ ਤੋਂ ਲੜ ਰਿਹਾ। ਤੇ ਜੇ ਅਸੀਂ ਇੱਥੇ ਸਟੇਜ ਦੇ ਉੱਤੇ ਹੀ ਇੱਥੋਂ ਦੇ ਪੂਰਬੀਆਂ ਕੋਲੋਂ ਕੁੱਟ ਖਾ ਗਏ ਤੇ ਉਹ ਤੋਂ ਸਾਡੀ ਸ਼ਾਨ ਬਣ ਜਾਣੀ ਕਿਆ। ਤੇ ਸਾਡੀ ਇੱਥੇ ਮੇਨ ਪ੍ਰਾਇੋਰਟੀ ਹਾਲ ਦੀ ਘੜੀ ਇਹ ਆ ਵੀ ਇੱਥੋਂ ਇਹ ਜਿਹੜੇ ਭਈਏ ਆ ਇਹਨਾਂ ਤੋਂ ਮਾਰ ਖਾ ਕੇ ਨਾ ਜਾਈਏ। ਬਾਕੀ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਬਾਰੇ ਖੈਰ ਸਾਨੂੰ ਪਤਾ ਵੀ ਨਹੀਂ ਸੀਗਾ ਵੀ ਨੈਟ ਤੇ ਕਿਆ ਚੱਲ ਰਿਹਾ। ਤੇ ਸਾਡੀ, ਮੈਂ ਦੱਸਿਆ ਵੀ ਸਾਡੀ ਪ੍ਰਾਇੋਰਟੀ ਇੰਨੀ ਹੈ ਇੱਥੇ। ਤੋ ਉਹਦੇ ਨਾਲ ਗੱਲਬਾਤ ਤੋਂ ਮੈਨੂੰ ਅੰਦਾਜ਼ਾ ਹੋਇਆ ਵੀ ਆਵੀਂ ਸੋਸਾਇਟੀ ਦਾ ਬਿਲਕੁਲ ਸ਼ੌਕ ਹੋ ਗਈ ਹੈ, ਇਸੇ ਕਰਕੇ ਉੱਥੇ ਕੋਈ ਮਦਦ ਤੇ ਹੀ ਨਹੀਂ ਜਾ ਰਿਹਾ। ਤੋ 3 ਦਿਨ ਉੱਥੇ ਉਹਨਾਂ ਦਾ ਰੌਲਾ ਚੱਲਾ ਤੇ 300 ਤੋਂ ਜ਼ਿਆਦਾ ਬੰਦਾ ਉੱਥੇ ਸੀਗਾ ਨਹੀਂ ਜਿਹੜਾ ਡਿਫੈਂਡ ਕਰਨ ਵਾਲਾ ਸੀਗਾ ਪੂਰੇ ਮੋਰਚੇ ਤੋਂ। ਲਗਾਤਾਰ ਗਿਣਤੀ ਮਤਲਬ ਉੱਥੋਂ ਘਟ ਰਹੀ ਸੀ। ਤੋ ਇਹ ਇੱਕ ਮਤਲਬ ਮੈਂ ਸਮਝਣਾ ਕਿ ਸਾਡੇ ਲਈ ਸਬਕ ਹੈ, ਇਹ ਲੈਸਨ ਹੈ ਗਾਹਾਂ ਵਾਸਤੇ ਸਟਰਗਲ ਲਈ। ਤੇ ਜਦੋਂ ਸਟੇਟ ਕੋਲ ਮਨੋਵਿਗਿਆਨਕ ਹਮਲਾ ਕਰਦੀ ਆ, ਉਸ ਵਕਤ ਚੱਲਦੀ ਸਟਰਗਲ ਤਾਂ ਈਵੈਂਟਸ ਤਾਂ ਰੁਕਦੀਆਂ ਨਹੀਂ। 26 ਤੋਂ ਬਾਅਦ ਠੀਕ ਗਲਤ ਕਰਨ ਲਈ ਲੋਕ ਰੁਕ ਗਏ, ਬਟ ਸਮਾਂ ਨਹੀਂ ਰੁਕਿਆ। ਈਵੈਂਟਸ ਤਾਂ ਉਦੋਂ ਵੱਧ ਤੇਜ਼ ਹੋ ਗਈਆਂ। ਉਹ ਤਾਂ ਰਕੇਸ਼ ਟਕੈਤ ਕਹਿ ਲਓ ਜਾਂ ਜਿਹੜੇ ਇੱਥੇ ਹਾਜ਼ਰ ਬੰਦੇ ਸੀਗੇ, ਉਹ 3 ਦਿਨ ਤਕੜੇ ਹੱਥੀ ਇੱਥੇ ਜੰਮੇ ਰਹੇ, ਜਿਹਦੇ ਕਰਕੇ ਆਪਣੀ ਬੇਇੱਜ਼ਤੀ ਨਹੀਂ ਹੋਈ। ਜੇ ਇਹਨਾਂ ਕੋਲ ਕੁੱਟ ਖਾ ਕੇ ਆ ਜਾਂਦੇ ਤੇ ਹਿਸਟਰੀ ਦੇ ਵਿੱਚ ਮਤਲਬ ਉਦਾਂ ਦੀ ਬੇਇੱਜ਼ਤੀ ਹੋਣੀ ਸੀਗੀ ਜਿਹੜੀ ਧੋਣੀ ਔਖੀ ਹੋ ਜਾਣੀ ਸੀਗੀ। ਤੇ ਉਹਦੇ ਬਾਅਦ ਮੇਰੇ ਖਿਆਲ ਦੇ ਵਿੱਚ ਅਜੇ ਵੀ ਆਪਣੇ ਹਿੱਸੇ ਦਾ ਜਿਹੜਾ ਉਹ ਖਿਆਲ ਹੈ ਨਹੀਂ। ਬਲਜੀਤ ਸਿੰਘ ਜੀ, ਜਿੱਦਾਂ ਹੁਣ ਭਾਈ ਮਨਧੀਰ ਸਿੰਘ ਹੋਣਾ ਨੇ ਉੱਥੋਂ ਦੀ ਗੱਲਬਾਤ ਦੱਸੀ ਤੇ ਇਹਦੇ 'ਚ ਇੱਕ ਨੁਕਤਾ ਇਹਨਾਂ ਵੱਲੋਂ ਵੀ ਆਇਆ, ਉਦਾਂ ਵੀ ਇਸ ਗੱਲ ਦੀ ਚਰਚਾ ਵੀ ਚੱਲ ਰਹੀ ਉਦੋਂ ਤੋਂ ਹੀ ਕਿ ਜਿਹੜੀ ਲੀਡਰਸ਼ਿਪ ਆ ਉਹ ਬਹੁਤ ਜ਼ਿਆਦਾ ਡਰ ਗਈ ਸੀ ਤੇ ਉਹਦੇ ਡਰ ਦੇ ਵਿੱਚੋਂ ਹੀ ਅਗਲੇ ਜਿਹੜੇ ਉਹਦੇ ਅਮਲ ਕੁਝ ਦਿਨਾਂ ਦੇ ਦੇਖੀਏ ਤਾਂ ਉਸੇ ਡਰ ਦੇ ਵਿੱਚੋਂ ਹੀ ਉਹ ਅਮਲ ਆ ਰਹੇ ਸੀਗੇ। ਜੋ ਉਹਨਾਂ ਦੀ ਸਾਰੀ ਸਟੇਜ ਦੀ ਕਾਰਵਾਈ ਤੇ ਉਸ ਤੋਂ ਬਾਅਦ ਦਾ ਜਿਹੜਾ ਸਾਰਾ ਰਿਐਕਸ਼ਨ ਸੀਗਾ ਉਹ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੁੰਦਾ, ਫਿਰ ਕੀ ਇਹਦੇ 'ਚ ਬਦਲਿਆ ਹੋਣਾ ਸੀਗਾ। ਹਾਂਜੀ, ਇਹ ਤੇ ਜਿਹੜਾ ਤੁਸੀਂ ਸਵਾਲ ਪੁੱਛਿਆ ਇਹਦਾ ਕੋਈ ਆਪਾਂ ਐਗਜ਼ੈਕਟ ਜਿੱਦਾਂ ਕਹਿ ਲਓ ਕਿ ਮੈਥਮੈਟੀਕਲ ਜਵਾਬ ਤੇ ਨਹੀਂ ਦੇ ਸਕਦੇ। ਇਹਦੇ ਬਾਰੇ ਆਪਾਂ ਆਪਣਾ ਵਿਊ ਪੁਆਇੰਟ ਰੱਖ ਸਕਦੇ ਹਾਂ ਵੀ ਕੀ ਹੋਇਆ ਤੇ ਕੀ ਹੋਣਾ ਚਾਹੀਦਾ ਸੀਗਾ। ਤੇ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਆਪਾਂ ਕਾਫੀ ਵਾਰ ਪਹਿਲਾਂ ਵੀ ਇਹ ਕਹਿ ਚੁੱਕੇ ਹਾਂ
ਤੇ ਇਹ ਮੰਨਿਆ ਵੀ ਜਾ ਚੁੱਕਾ ਆ ਕਿ ਇਸ ਜਿਹੜੇ ਸੰਘਰਸ਼ ਦੇ ਵਿੱਚ ਲੋਕ ਜਿਹੜੇ ਸ਼ਾਮਲ ਆ ਉਹ ਬਹੁਤ ਜ਼ਿਆਦਾ ਹਿੱਸਾ ਐਸਾ ਆ ਜਿਹੜਾ ਖੁਦ ਬਖੁਦ ਇਹਦੇ ਵਿੱਚ ਸ਼ਾਮਲ ਹੈ, ਤੇ ਉਹਦੇ ਸ਼ਾਮਲ ਹੋਣ ਪਿੱਛੇ ਬਹੁਤ ਲੰਮੀ ਚੌੜੀ ਕਾਰਨਾਂ ਦੀ ਇੱਕ ਲੜੀ ਹੈ। ਤੇ ਇਹਦੇ ਵਿੱਚ ਜਿੰਨੀ ਤਰ੍ਹਾਂ ਦੀ ਵੀ ਇਨਵੋਲਵਮੈਂਟ ਆ, ਜਿੰਨੀ ਤਰ੍ਹਾਂ ਦੀ ਸ਼ਮੂਲੀਅਤ ਲੋਕ ਕਰ ਰਹੇ ਆ, ਉਹਨਾਂ ਸਾਰਿਆਂ ਦੀਆਂ ਭਾਵਨਾਵਾਂ ਰਲ ਕੇ ਹੀ ਇਹ ਸਾਰੀਆਂ ਜਿਹੜੀਆਂ ਈਵੈਂਟਸ ਨੇ ਉਹ ਵਾਪਰਦੀਆਂ ਆ। ਤੇ ਪਿੱਛੇ ਜੇ ਆਪਾਂ ਇਹ ਇੱਕ ਲਿਖਿਆ ਵੀ ਸੀਗਾ ਕਿਸੇ ਜਗ੍ਹਾ ਕਿ ਜਿਹੜੀ ਹਕੂਮਤ ਆ ਉਹ ਮੋਰਚੇ ਦੇ ਰੌਂ ਨੂੰ ਨਹੀਂ ਸਮਝ ਰਹੀ, ਤਾਂ ਇਸ ਗੱਲ ਨੂੰ ਬਦਲ ਕੇ ਆਪਾਂ ਹੁਣ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਮੋਰਚੇ ਦੀ ਲੀਡਰਸ਼ਿਪ ਆ ਉਹ ਵੀ ਮੋਰਚੇ ਦੇ ਰੌਂ ਨੂੰ ਸਮਝ ਕੇ ਨਹੀਂ ਚੱਲ ਰਹੀ, ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੀ। ਇਸ ਕਰਕੇ ਜਿਹੜੇ ਮੋਰਚੇ ਦੇ ਵਿੱਚ ਇੱਕ ਡਾਇਨਾਮਿਕ ਸਿਚੁਏਸ਼ਨਸ ਬਣਦੀਆਂ ਨੇ ਜਿਹੜੀਆਂ, ਉਹਦੀ ਠੀਕ ਰੀਡਿੰਗ ਮੋਰਚੇ ਦੇ ਆਗੂਆਂ ਕੋਲ ਨਹੀਂ ਹੈ। ਇਸ ਕਰਕੇ ਉਹ ਮੋਰਚੇ ਨੂੰ ਠੀਕ ਤਰ੍ਹਾਂ ਨਾਲ ਚਲਾਉਣ ਵਿੱਚ ਕਈ ਥਾਵਾਂ ਤੇ ਉੱਕ ਗਏ ਨੇ ਤੇ ਅਸਫਲ ਵੀ ਹੋਏ ਨੇ। ਤੇ ਜਿਹੜੀ 25 ਜਨਵਰੀ ਦੀ ਗੱਲ ਆ ਜਾਂ 26 ਜਨਵਰੀ ਦੀ ਗੱਲ ਆ, ਉਹਦੇ ਵਿੱਚ ਵੱਡਾ ਕਾਰਨ ਇਹ ਆ ਕਿ ਉਸ ਸਾਰੇ ਮੋਰਚੇ ਦੇ ਜਿਹੜਾ ਕੇਂਦਰੀ ਰੌਂ ਆ, ਜਿੰਨਾ ਉਹਨਾਂ ਨੇ ਐਕਸਪੈਕਟ ਕੀਤਾ ਸੀਗਾ ਕਿ ਅਸੀਂ 5-10 ਹਜ਼ਾਰ ਟਰੈਕਟਰ ਲੈ ਕੇ ਜਾਵਾਂਗੇ, ਕਿਉਂਕਿ ਜਿਹੜੀ ਪਹਿਲਾਂ ਉਹਨਾਂ ਨੇ ਇੱਕ ਰਿਹਰਸਲ ਕੀਤੀ ਸੀ ਉਹਦੇ 'ਚ ਉਹਨਾਂ ਦੇ ਕੋਲ ਕੋਈ 3700 ਸ਼ਾਇਦ ਟਰੈਕਟਰ ਸੀਗਾ, ਤੇ ਜਦੋਂ ਹੁਣ ਇਹ ਟਰੈਕਟਰ ਇੰਨੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਉਹ ਉਹਨਾਂ ਦੀ ਐਕਸਪੈਕਟੇਸ਼ਨ ਤੋਂ ਵੱਧ ਸੀਗਾ। ਤੇ ਪਰ ਇਹਨੂੰ ਇੰਜ ਲਿਆ ਗਿਆ ਕਿ ਸਿਰਫ ਸਾਨੂੰ ਲੋਕਾਂ ਨੇ ਸਹਿਯੋਗ ਦੇ ਦਿੱਤਾ ਆ ਤੇ ਬਹੁਤ ਵੱਡੀ ਸਾਡੀ ਕਾਮਯਾਬੀ ਹੋ ਗਈ ਹੈ। ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਜਿਹੜਾ ਬੰਦਾ ਇੱਥੋਂ 300-400 ਕਈ 400 ਤੋਂ ਵੱਧ ਕਿਲੋਮੀਟਰ ਟਰੈਕਟਰ ਚਲਾ ਕੇ ਲੈ ਕੇ ਜਾ ਰਹੇ ਆ, ਤੇ ਰਾਤ ਮੀਂਹ ਪਿਆ, ਹੋਰ ਕਈ ਪਰੇਸ਼ਾਨੀਆਂ ਆਈਆਂ, ਰਾਤ ਇੰਨਾ ਮਤਲਬ ਜ਼ਿਆਦਾ ਜਾਮ ਜਿਹੜੇ ਲੱਗੇ, ਉਸ ਤੋਂ ਇਲਾਵਾ ਲੋਕ ਉੱਥੇ ਪਹੁੰਚ ਗਏ। ਚਲੋ ਪਹੁੰਚ ਗਏ, ਉਸ ਤੋਂ ਬਾਅਦ ਫਿਰ ਉਹਨਾਂ ਦੇ ਅੰਦਰ ਜਿਹੜਾ ਉਹ 26 ਜਨਵਰੀ ਦਾ ਸਾਰਾ ਸੀਗਾ ਵੀ ਆਪਾਂ ਉੱਥੇ ਪਹੁੰਚਾਂ, ਤਾਂ ਉਹ ਸਾਰੇ ਕੁਝ ਨੂੰ ਮੈਨੇਜ ਕਰਨ ਵਿੱਚ ਉਹ ਇਸ ਕਰਕੇ ਕਾਮਯਾਬ ਨਹੀਂ ਹੋ ਸਕੇ ਕਿ ਉਹਨਾਂ ਨੇ ਇਹਨਾਂ ਲੋਕਾਂ ਦੀ ਉਹ ਜਿਹੜੀ ਸ਼ਿੱਦਤ ਸੀਗੀ ਉੱਥੇ ਜਾਣ ਦੀ ਉਹਨੂੰ ਐਡਰੈਸ ਨਹੀਂ ਕੀਤਾ, ਤੇ ਨਾ ਹੀ ਉਹਨਾਂ ਦੀ ਰਾਏ ਪੁੱਛੀ, ਕਿ ਨਾ ਹੀ ਉਹਨਾਂ ਦੀ ਰਾਏ ਦੀ ਕੋਈ ਕਦਰ ਕੀਤੀ। ਤੇ ਹੁਣ ਉਸ ਤੋਂ ਅੱਗੇ ਆਪਾਂ ਜਾਂਦੇ ਹਾਂ ਕਿ ਜੇਕਰ ਉਹ ਸਾਰਾ ਕੁਝ ਇਹਦੇ ਰਾਏ ਦੇ ਮੁਤਾਬਕ ਹੁੰਦਾ ਤੇ ਫਿਰ ਕੀ ਇਵੈਂਟਸ ਹੋਣੀਆਂ ਸੀਗੀਆਂ। ਫਿਰ ਇਹਦੇ ਲਈ ਜ਼ਰੂਰੀ ਚੀਜ਼ ਇੱਕ ਇਹ ਹੈ ਕਿ ਜਿਹੜੇ ਆਗੂ ਨੇ ਕੀ ਉਹ ਇਸ ਵੱਡੀ ਜਿਹੜਾ ਸਮਰਪਣ ਉਹਨਾਂ ਨੂੰ ਹੋਇਆ ਸੀਗਾ ਕਿ ਉਹ ਇੰਨਾ ਵੱਡਾ ਸਮਰਪਣ ਲੈਣ ਦੇ ਕਾਬਿਲ ਹੈਗੇ ਨੇ, ਕਿਉਂਕਿ ਇਹ ਦੁਨੀਆ ਦਾ ਅਸੂਲ ਹੈ ਕਿ ਜੇ ਕੋਈ ਬੰਦਾ ਤੁਹਾਨੂੰ ਸਮਰਪਣ ਕਰਦਾ ਆ ਤੇ ਜੇ ਤੁਸੀਂ ਉਹਦੇ ਸਮਰਪਣ ਨੂੰ ਸਾਂਭ ਨਹੀਂ ਸਕਦੇ ਔਰ ਉਸ ਸਮਰਪਣ ਨੂੰ ਕੋਈ ਵੱਡਾ ਨਿਸ਼ਾਨਾ ਨਹੀਂ ਦੇ ਸਕਦੇ, ਉਹਨੂੰ ਜ਼ਿੰਦਗੀ ਦੀ ਕਿਸੇ ਜਿਹੜੀ ਕ੍ਰੀਏਟਿਵ એનર્ਜੀ 'ਚ ਢਾਲ ਨਹੀਂ ਸਕਦੇ, ਤਾਂ ਫਿਰ ਤੁਸੀਂ ਉਹ ਸਮਰਪਣ ਲੈਣ ਦੇ ਅਧਿਕਾਰੀ ਨਹੀਂ ਹੋ, ਤੁਹਾਨੂੰ ਉਹ ਸਮਰਪਣ ਨਹੀਂ ਲੈਣਾ ਚਾਹੀਦਾ। ਤਾਂ ਫਿਰ ਜਦੋਂ ਇਹਨਾਂ ਲੋਕਾਂ ਨੂੰ ਇੰਨਾ ਵੱਡਾ ਸਮਰਪਣ ਮਿਲ ਗਿਆ ਤਾਂ ਇਹਨਾਂ ਨੇ ਉਸ ਸਮਰਪਣ ਨੂੰ ਅੱਗੇ ਕਿਸੇ ਜਗ੍ਹਾ ਤੇ ਪਹੁੰਚਾਇਆ ਨਹੀਂ, ਉਹਨੂੰ ਕਿਸੇ ਹੋਰ ਵੱਡੇ ਐਨਰਜੈਟਿਕ ਮੋਡ ਵਿੱਚ ਤਬਦੀਲ ਨਹੀਂ ਕੀਤਾ, ਤੇ ਜਿਹਦਾ ਕਰਕੇ ਇਹ ਬੌਂਦਲ ਗਏ ਬਹੁਤ ਜ਼ਿਆਦਾ। ਤੇ ਜਦੋਂ ਕੁਝ ਚੀਜ਼ਾਂ ਐਸੀਆਂ ਹੋ ਗਈਆਂ, ਕੁਝ ਈਵੈਂਟਸ ਐਸੀਆਂ ਹੋ ਗਈਆਂ ਜਿਹੜੀਆਂ ਇਹਨਾਂ ਨੂੰ ਉਹਦਾ ਰਿਸਪੌਂਡ ਜਿਹੜਾ ਜਿਵੇਂ ਕਰਨਾ ਚਾਹੀਦਾ ਸੀ ਉਵੇਂ ਇਹਨਾਂ ਕੋਲ ਨਹੀਂ ਕੀਤਾ ਗਿਆ, ਤਾਂ ਫਿਰ ਇੱਕ ਗਲਤੀ ਤੋਂ ਦੂਜੀ ਗਲਤੀ, ਤੀਜੀ ਗਲਤੀ, ਫਿਰ ਲਗਾਤਾਰ ਗਲਤੀਆਂ ਹੁੰਦੀਆਂ ਗਈਆਂ। ਔਰ ਕੋਈ ਵੀ ਜੰਗ ਆ, ਕੋਈ ਵੀ ਸੰਘਰਸ਼ ਆ, ਉਹਦੇ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਜਿਹੜੇ ਆਗੂ ਨੇ ਉਹ ਭਾਵੇਂ ਉਹ ਜਿੰਨੀ ਮਰਜ਼ੀ ਟੈਂਸ ਸਿਚੁਏਸ਼ਨ ਵਿੱਚ ਹੋਣ, ਪਰ ਉਹ ਆਪਣੇ ਮਨ ਦੀ ਸ਼ਾਂਤੀ ਨਾ ਗਵਾਉਣ, ਉਹ ਚੰਗੀ ਤਰ੍ਹਾਂ ਦੂਰੋਂ ਖਲੋ ਕੇ, ਉੱਚੀ ਜਗ੍ਹਾ ਤੋਂ ਖਲੋ ਕੇ ਇਹ ਸਾਰੇ ਘਟਨਾਕ੍ਰਮ ਨੂੰ ਵੇਖ ਸਕਦੇ ਹੋਣ ਤੇ ਉਹਦੇ ਮੁਤਾਬਕ ਰਣਨੀਤੀ ਤੈਅ ਕਰ ਸਕਦੇ ਹੋਣ। ਪਰ ਜੇਕਰ ਇਹ ਬੰਦੇ ਸਰਕਾਰ ਦੁਆਰਾ ਫੈਲਾਈ ਜਾ ਰਹੀ ਇਨਫੋਰਮੇਸ਼ਨ ਦੇ ਨਾਲ ਕਹਿ ਲਓ ਕਿ ਇਨਫਲੂਐਂਸ ਹੋ ਗਏ ਤੇ ਉਹਦੇ ਇਨਫਲੂਐਂਸ ਵਿੱਚ ਆ ਕੇ ਐਸੀਆਂ ਗੱਲਾਂ ਕਰਨ ਲੱਗ ਗਏ ਜਿਨ੍ਹਾਂ ਨੇ ਇਹਨਾਂ ਦੀ ਹਮਾਇਤ, ਜਿੰਨੇ ਜ਼ੋਰ ਦੀ ਇਹਨਾਂ ਨੂੰ ਹਮਾਇਤ ਮਿਲੀ ਸੀ ਉਦੋਂ ਵੱਡੇ ਜ਼ੋਰ ਨਾਲ ਉਹ ਵਾਪਸ ਲੈ ਲਈ, ਜਿਹਦਾ ਕਰਕੇ 26 ਤੋਂ ਬਾਅਦ 27, 28, 29 ਔਰ 30 ਤਰੀਕ ਤੱਕ ਵੀ ਉੱਥੇ ਲੋਕ ਨਹੀਂ ਸਨ ਔਰ ਬਹੁਤ ਘੱਟ ਗਿਣਤੀ ਵਿੱਚ ਲੋਕ ਸਨ। 29 ਤਰੀਕ ਦੀ ਰਾਤ ਨੂੰ ਮੋਰਚੇ ਦੇ ਵਿੱਚ ਜੇ ਗਿਣਤੀ ਕਰਨੀ ਹੋਵੇ ਤੇ ਮੇਰਾ ਖਿਆਲ 500-600 ਤੋਂ ਵੱਧ ਬੰਦਾ ਨਹੀਂ ਸੀ, ਔਰ ਰਾਤ 12 ਵਜੇ ਆਰ ਪਾਰ ਅਸੀਂ ਗਏ ਆ ਮਾਝੇ ਵਾਲੇ ਦੀ ਸਟੇਜ ਤੱਕ, ਤੇ ਸਾਨੂੰ ਸਾਰੇ ਮੋਰਚੇ ਵਿੱਚ 30 ਬੰਦੇ ਜਾਗਦੇ ਨਹੀਂ ਮਿਲੇ, ਤੇ ਉਹਦੇ ਵਿੱਚ ਵੀ 12-15 ਬੰਦੇ ਜਿਹੜੇ ਸੀਗੇ ਉਹ ਹਰਿਆਣੇ ਦੇ ਸੀਗੇ। ਔਰ 30 ਤਰੀਕ ਦੀ ਸਵੇਰ ਨੂੰ ਹਰਿਆਣੇ ਦਾ ਪਹਿਲਾ ਟਰੈਕਟਰ ਜਿਹੜਾ ਉਹ ਐਂਟਰ ਹੋਇਆ ਆ
ਮੋਰਚੇ ਦੇ ਵਿੱਚ, ਜਿਹਦੇ ਨਾਲ ਦੁਬਾਰਾ ਤੋਂ ਲੋਕ ਜਿਹੜੇ ਉਹ ਜਾਣੇ ਸ਼ੁਰੂ ਹੋਏ। ਤਾਂ ਇਹ ਜਿਹੜੇ 4 ਦਿਨ ਸੀਗੀ, ਇਹਦੇ ਵਿੱਚ ਲਗਾਤਾਰ ਇਹਨਾਂ ਲੀਡਰਾਂ ਨੇ ਆਪਣੀ ਉਹ ਜਿਹੜੀ ਫੇਲੀਅਰ ਸੀਗੀ 26 ਵਾਲੀ, ਉਹਦੇ ਵਿੱਚੋਂ, ਔਰ ਜਿਹੜੀ ਸਟੇਟ ਨੇ ਇਨਫੋਰਮੇਸ਼ਨ ਫੈਲਾਈ ਸੀਗੀ, ਜਿਹੜਾ ਸਟੇਟ ਨੇ, ਜਿਹਨੂੰ ਭਾਈ ਮਤੀਰ ਸਿੰਘ ਹੋਣਾ ਨੇ ਕਿਹਾ ਸਾਈਕੋਲੋਜੀਕਲ ਅਟੈਕ ਕੀਤਾ ਸੀਗਾ, ਕਿਉਂਕਿ ਜਿਹੜੀ ਜੰਗ ਲੜੀ ਜਾ ਰਹੀ ਆ ਉਹ 2 ਪੱਧਰਾਂ ਤੇ ਲੜੀ ਜਾ ਰਹੀ। ਅਸੀਂ ਸਧਾਰਨ ਪੱਧਰ ਤੇ ਗਰਾਊਂਡ ਤੇ ਲੜ ਰਹੇ ਆ, ਹਕੂਮਤ ਜਿਹੜੀ ਆ ਉਹ ਉੱਥੇ ਵੀ ਉਸ ਪ੍ਰੈਸ਼ਰ ਨੂੰ ਬੀਅਰ ਕਰ ਰਹੀ ਹੈ, ਤੇ ਨਾਲ ਦੀ ਨਾਲ ਉਹ ਸਾਈਕੋਲੋਜੀਕਲ ਸਪੇਸ ਦੇ ਵਿੱਚ ਵੀ ਸਾਡੇ ਨਾਲ ਉਹ ਜੰਗ ਵਿੱਚ ਉਤਰੀ ਹੋਈ ਆ। ਤੇ ਜਿਹੜੀ 26 ਵਾਲੀ ਸੀਗੀ ਸਾਰੀ ਸੀਰੀਜ਼ ਘਟਨਾਵਾਂ ਦੀ, ਉਸ ਤੋਂ ਬਾਅਦ ਉਹਨੇ ਸਾਈਕੋਲੋਜੀਕਲ ਸਪੇਸ ਦੇ ਵਿੱਚ ਆਪਣੇ ਅਟੈਕ ਨੂੰ ਦੀ ਸਪੀਡ ਨੂੰ ਵੀ ਵਧਾਇਆ ਤੇ ਉਹਨੂੰ ਟੈਕਲ ਵੀ ਕੀਤਾ, ਤੇ ਲਗਾਤਾਰ ਉਹਦੇ ਵਿੱਚ ਰਣਨੀਤਿਕ ਤੌਰ ਤੇ ਉਹ ਅੱਗੇ ਵਧਦੇ ਰਹੇ। ਉਸ ਪ੍ਰੈਸ਼ਰ ਵਿੱਚ ਆ ਕੇ ਸਾਡੇ ਸੰਯੁਕਤ ਮੋਰਚੇ ਦੇ ਲੀਡਰਾਂ ਨੇ ਆਪਣਾ ਵਿਹਾਰ ਬਿਲਕੁਲ ਚੇਂਜ ਕਰ ਲਿਆ। ਉਹ ਵਿਹਾਰ ਚੇਂਜ ਕਰਨ ਦੇ ਵਿੱਚ ਕੁਛ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆ ਗਈਆਂ। ਉਹ ਗੱਲਾਂ 2 ਤਰੀਕਿਆਂ ਦੀਆਂ ਨੇ। ਪਹਿਲੀ ਗੱਲ ਇਹ ਕਿ ਇਸ ਸੰਘਰਸ਼ ਦੇ ਵਿੱਚੋਂ ਇੱਕ ਤੇ ਕਿਸਾਨੀ ਮੋਰਚਾ, ਜਿਹੜਾ ਕਿਸਾਨੀ ਮੰਗਾਂ ਲਈ ਲੜਿਆ ਜਾ ਰਿਹਾ, ਉਹ ਸੀਗਾ। ਦੂਸਰਾ ਸੀਗਾ ਕਿ ਜਿਹੜਾ ਹਕੂਮਤ ਆ ਉਹ ਇਹਨੂੰ ਕਿਸ ਤਰ੍ਹਾਂ ਦੀ ਰੰਗਣ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਦਾ ਕੀ ਰਿਸਪੌਂਸ ਕਰਨਾ ਹੈ। ਹੁਣ ਜਦੋਂ ਕਿਸਾਨੀ ਸੰਘਰਸ਼ ਜਿਹੜਾ ਮੁੱਦਾ ਆ ਉਹ ਆਪਣੇ ਬੰਦਿਆਂ ਨੇ ਖੁਦ ਹੀ ਉਹਨੂੰ ਛੱਡਿਆ, ਔਰ ਜਿਹੜਾ ਹਕੂਮਤ ਉਹਨੂੰ ਜਿਹੜੀ ਰੰਗਣ ਦੇਣ ਦੀ ਕੋਸ਼ਿਸ਼ ਕਰ ਰਹੀ ਸੀਗੀ ਉਹਦਾ ਰਿਸਪੌਂਡ ਕੀਤਾ, ਤਾਂ ਇਹ ਪਹਿਲੀ ਹਾਰ ਸੀਗੀ ਸਾਡੇ ਆਗੂਆਂ ਦੀ, ਜਦੋਂ ਇਹਨਾਂ ਨੇ ਉਹਨਾਂ ਦਾ ਹਕੂਮਤ ਦਾ ਪ੍ਰੈਸ਼ਰ ਆਪਣੇ ਉੱਤੇ ਮਹਿਸੂਸ ਕੀਤਾ ਤੇ ਉਹਨੂੰ ਰਿਸਪੌਂਡ ਕੀਤਾ, ਜਿਹੜੇ ਸ਼ਬਦਾਂ ਵਿੱਚ, ਜਿਹੜੇ ਅਰਥਾਂ ਵਿੱਚ ਹਕੂਮਤ ਚਾਹੁੰਦੀ ਸੀ ਕਿ ਇਹਨੂੰ ਰਿਸਪੌਂਡ ਕੀਤਾ ਜਾਵੇ। ਔਰ ਇਹਨਾਂ ਨੇ ਕਹਿ ਲਓ ਕਿ ਬਿਲਕੁਲ ਹਾਰੀ ਹੋਈ ਮਾਨਸਿਕਤਾ ਦੇ ਨਾਲ, ਮੈਂ ਤੇ ਕਹੂੰਗਾ ਕਿ ਰੋਗੀ ਮਾਨਸਿਕਤਾ ਦੇ ਨਾਲ 26 ਜਨਵਰੀ ਨੂੰ ਲਾਲ ਕਿਲ੍ਹੇ ਪਹੁੰਚਣ ਵਾਲੇ ਨੌਜਵਾਨਾਂ ਨੂੰ ਡਿਸਓਨ ਕੀਤਾ ਔਰ ਉਹਨਾਂ ਨੂੰ ਡੀਫੇਮ ਕੀਤਾ। ਜਦੋਂ ਸਾਡੇ ਮੋਰਚੇ ਨੇ ਉਹਨਾਂ ਨੂੰ ਡਿਸਓਨ ਤੇ ਡੀਫੇਮ ਕੀਤਾ ਆ, ਉਦੋਂ ਹਕੂਮਤ ਦਾ ਡੰਗ ਤੇਜ਼ ਹੋਇਆ ਆ। ਉਸ ਤੋਂ ਪਹਿਲਾਂ ਹਕੂਮਤ ਦਾ ਡੰਗ ਇਸ ਤਰ੍ਹਾਂ ਦਾ ਨਹੀਂ ਸੀਗਾ, ਜਿਵੇਂ ਇਹਨਾਂ ਦੇ ਰਿਸਪੌਂਸ ਤੋਂ ਬਾਅਦ ਹਕੂਮਤ ਦਾ ਔਰ ਹਕੂਮਤੀ ਮੀਡੀਆ ਦਾ ਜਿਹੜਾ ਸੀਗਾ ਰਵੱਈਆ, ਉਹ ਇਹਨਾਂ ਦੇ ਰਵੱਈਏ ਨੂੰ ਦੇਖ ਕੇ ਉਹ ਤਬਦੀਲ ਹੋਇਆ। ਤੋਂ ਪਹਿਲਾਂ ਇਹ ਗੱਲ ਦੇਖਣ ਵਾਲੀ ਹੈ ਕਿ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੀ ਕਪੈਸਿਟੀ ਕੀ ਹੈ, ਤੇ ਔਰ ਜਦੋਂ ਕ੍ਰਾਈਸਿਸ ਵਿੱਚ ਹੁੰਦੇ ਆ ਤਾਂ ਫਿਰ ਉਹ ਆਪਣਾ ਕਿਰਦਾਰ, ਉਹ ਕਿਹੋ ਜਿਹਾ ਕਿਰਦਾਰ ਸਾਹਮਣੇ ਲੈ ਕੇ ਆਉਂਦੇ ਆ। ਜਿਹੜੀਆਂ ਹੁੰਦੀਆਂ ਆ ਸਟੇਜ ਦੇ ਉੱਤੇ ਉਤੇਜਨਾ ਫੈਲਾਉਣ ਵਾਲੀਆਂ ਗੱਲਾਂ ਕਿ ਅਸੀਂ ਨਹੀਂ ਡਰਦੇ, ਅਸੀਂ ਲਾਮ ਲਸ਼ਕਰਾਂ ਤੋਂ ਨਹੀਂ ਡਰਦੇ, ਅਸੀਂ ਕੇਸਾਂ ਤੋਂ ਨਹੀਂ ਡਰਦੇ, ਤੇ ਉਹ ਜਿਹੜੀਆਂ ਇਹੋ ਜਿਹੀਆਂ ਉਤੇਜਿਤ ਗੱਲਾਂ ਕਰਨ ਵਾਲੇ ਵੱਡੇ ਵੱਡੇ ਆਗੂ, ਜਿਹੜੇ ਸਾਰੇ ਹੀ ਆਗੂ, ਉਹ ਬਹੁਤ ਹੀ ਦਰਕਦੇ, ਤਰਬਕਦੇ ਦੇਖੇ ਗਏ, ਔਰ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਹਮਾਇਤ ਜਿਹੜੀ ਆ ਉਹ ਟੁੱਟ ਗਈ। ਔਰ ਉਹ ਹਕੂਮਤ ਨਾਲੋਂ ਵੀ ਜ਼ਿਆਦਾ ਉਹ ਇਸ ਗੱਲ ਤੋਂ ਡਰ ਗਏ ਕਿ ਉਹਨਾਂ ਦੇ ਨਾਲ ਦੇ ਬੰਦੇ ਉਹਨਾਂ ਨੂੰ ਛੱਡ ਕੇ ਚਲੇ। ਪਰ ਇੱਕ ਗੁਰੂ ਦੀ ਕਲਾ ਜਿਹੜੀ ਆ, ਸ਼ੁਰੂ ਤੋਂ ਆਪਾਂ ਕਹਿੰਦੇ ਆ ਰਹੇ ਕਿ ਮੋਰਚਾ ਗੁਰੂ ਮਹਾਰਾਜ ਦੀ ਮਿਹਰ ਨਾਲ ਚੱਲ ਰਿਹਾ। ਗੁਰੂ ਦੀ ਕਲਾ ਐਸੀ ਵਰਤੀ ਕਿ ਜਿਹੜੇ ਬੰਦਿਆਂ ਨੂੰ ਬਿਲਕੁਲ ਰੇਤ ਦੀ ਢੇਰੀ ਵਾਂਗ ਆਪਾਂ ਢੱਠੇ ਹੋਏ ਦੇਖਿਆ, ਜਿਨ੍ਹਾਂ ਨੂੰ ਅਸੀਂ ਮੋਢਿਆਂ ਤੋਂ ਫੜ ਫੜ ਕੇ ਖੜੇ ਕਰਦੇ ਸੀ ਵੀ ਖੜੇ ਰਹੋ, ਕੁਛ ਨਹੀਂ ਹੁੰਦਾ, ਚੜ੍ਹਦੀ ਕਲਾ ਹੋ ਜਾਏਗੀ, ਔਰ ਉਹਨਾਂ ਕੋਲ ਹੁਣ ਖੜੇ ਰਿਹਾ ਨਹੀਂ ਜਾਂਦਾ, ਲੱਤਾਂ ਕੰਬਦੀਆਂ ਸੀਗੀਆਂ, ਉਹ ਵੀ ਮਹਾਰਾਜ ਦੀ ਮਿਹਰ ਦੇ ਨਾਲ ਟਿਕੇ ਰਹਿ ਗਏ 3-4 ਦਿਨ, ਤੇ ਚੌਥੇ ਦਿਨ ਨੂੰ ਜਾ ਕੇ ਮੋੜਾ ਪੈ ਗਿਆ, ਤੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਇੱਕਦਮ ਬਦਲ ਗਈਆਂ। ਹੁਣ ਮੈਂ ਫਿਰ ਤੁਹਾਡੇ ਸਵਾਲ ਤੇ ਆਉਣਾ ਦੁਬਾਰਾ ਕਿ ਜੇ ਇਹ ਇੰਜ ਨਾ ਕਰਦੇ ਤਾਂ ਫਿਰ ਕੀ ਹੁੰਦਾ। ਤਾਂ ਫਿਰ ਕੀ ਹੋਣਾ ਸੀ ਕਿ ਪਹਿਲੀ ਗੱਲ ਤੇ ਇਹ ਕਿ ਇਸ ਜ਼ਿੰਮੇਵਾਰੀ ਵਿੱਚ ਆਉਂਦੇ, ਜੇਕਰ ਇਹ ਕਿਸੇ ਚੀਜ਼ ਨੂੰ ਇਹ ਸਮਝਦੇ ਸੀਗੇ ਕਿ ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਨਹੀਂ ਹੋਈ, ਤਾਂ ਉਹਦੀ ਇਹ ਆਪ ਜ਼ਿੰਮੇਵਾਰੀ ਚੁੱਕਦੇ, ਬੰਦਿਆਂ ਨੂੰ ਡਿਸਓਨ ਨਾ ਕਰਦੇ। ਇਹ ਆਪਣੀ ਮਿਸਮੈਨੇਜਮੈਂਟ ਜਾਂ ਜੋ ਵੀ ਇਹਨਾਂ ਨੇ ਇਹਨੂੰ ਕਹਿਣਾ ਸੀਗਾ, ਉਹ ਤੇ ਇਹਨਾਂ ਦਾ ਕਹਿਣਾ ਸੀਗਾ ਜੋ ਸਾਂਝੇ ਮੋਰਚੇ ਦੀ ਅਗਵਾਈ ਕਰ ਰਹੇ। ਤਾਂ ਫਿਰ ਆਗੂਆਂ ਨੇ ਜੋ ਉਹਦਾ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਜਿਸ ਤਰ੍ਹਾਂ ਦਾ ਬਿਆਨ ਦੇਣਾ ਸੀਗਾ, ਇਹ ਜ਼ਿੰਮੇਵਾਰੀ ਵਾਲਾ ਬਿਆਨ ਦਿੰਦੇ, ਇਹ ਆਪਣੇ ਉਸ ਫੇਲੀਅਰ ਦੀ ਨੈਤਿਕ ਤੌਰ ਤੇ ਜ਼ਿੰਮੇਵਾਰੀ ਕਬੂਲਦੇ। ਜੇਕਰ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਸੀ ਚੱਲਦੀਆਂ, ਇਹ ਸਾਰਾ ਪ੍ਰੈਸ਼ਰ ਇਹ ਨਹੀਂ ਸੀ ਬੀਅਰ ਕਰ ਸਕਦੇ, ਇਹ ਮੋਰਚੇ ਦੇ ਉਸ ਰੂਪ ਨੂੰ ਅਗਵਾਈ ਨਹੀਂ ਸੀ ਦੇ ਸਕਦੇ, ਤਾਂ ਫਿਰ ਇਹ ਚੁੱਪਚਾਪ ਆਪਣੀ ਅਗਵਾਈ ਵਾਲੀ ਸੀਟ ਜਿਹੜੀ ਆ ਉਹ ਖਾਲੀ ਕਰਦੇ ਤੇ ਮੋਰਚੇ ਦੇ ਵਿੱਚੋਂ ਸੰਗਤ ਨੂੰ ਇਹ ਬੇਨਤੀ ਕਰਦੇ ਕਿ ਮੋਰਚਾ ਆਪਣੀ ਅਗਵਾਈ ਆਪ ਚੁਣ ਲਵੇ। ਤਾਂ ਫਿਰ ਹੋ ਸਕਦਾ ਸੀ ਕਿ ਇਸ ਤਰ੍ਹਾਂ ਦੀ ਵੀ ਕੋਈ ਸਥਿਤੀ ਬਣ ਜਾਂਦੀ ਕਿ ਭਾਵੇਂ ਇਹਨਾਂ ਦੇ ਕੋਲ ਹੀ ਅਗਵਾਈ ਰਹਿ ਜਾਂਦੀ, ਪਰ ਉਸ ਵੇਲੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਬਣੀ, ਜਿਹੜੀ ਖਰਾਬ ਹੋਈ, ਉਹ ਨਾ ਖਰਾਬ ਹੁੰਦੀ ਤੇ ਮੋਰਚਾ ਇਹਨਾਂ ਨੂੰ ਪੂਰੀ ਹਮਾਇਤ ਦਿੰਦਾ ਤੇ ਲੋਕ ਇਹਨਾਂ ਨਾਲ ਉੱਠ ਕੇ ਨਾ ਆਉਂਦੇ।
ਜਿਹੜਾ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਹਮਾਇਤ ਟੁੱਟੀ ਤੇ ਉਹ ਦੁਬਾਰਾ ਜੁੜ ਰਹੀ ਹੈ ਜਿਹੜੀ, ਔਰ ਉਹਦਾ ਜਿਹੜਾ ਵਜਨ ਆ ਉਹ ਵੀ ਸਾਂਝੇ ਮੋਰਚੇ ਦੀ ਸਟੇਜ ਤੋਂ ਬਦਲ ਕੇ ਗਾਜੀਪੁਰ ਵਾਲੀ ਸਟੇਜ ਵੱਲ ਜਾ ਰਿਹਾ। ਇਹ ਸਾਰੇ ਕੁਝ ਦੇ ਵਿੱਚ ਮੇਨ ਕਾਰਨ ਇਹ ਆ ਕਿ ਇਹਨਾਂ ਨੇ 25-26 ਤਰੀਕ ਨੂੰ ਔਰ ਬਾਅਦ ਤੋਂ ਵੀ 27-28 ਤਰੀਕ ਨੂੰ ਵੀ ਲਗਾਤਾਰ ਹਕੂਮਤ ਨੂੰ ਰਿਸਪੌਂਸ ਕੀਤਾ ਆ। ਜਿਹੜਾ ਹਕੂਮਤ ਦਾ ਫੈਲਾਇਆ ਜਾ ਰਿਹਾ ਬਿਰਤਾਂਤ ਸੀਗਾ ਉਹਦੇ ਵਿੱਚ ਗੈਲਵਨਾਈਜ਼ ਹੋ ਕੇ ਉਸ ਮਾਹੌਲ ਦੇ ਅਸਰ ਨੂੰ ਕਬੂਲ ਕਰਕੇ ਆਪਣੀ ਜਿਹੜੀ ਪਰਸਨੈਲਿਟੀ ਆ ਉਹਦੇ ਵਿੱਚ ਜਿਹੜਾ ਇਹਨਾਂ ਦਾ ਕੋਈ ਦਲੇਰੀ ਵਾਲਾ ਮਾਦਾ ਵੀ ਸੀਗਾ ਉਹਨੂੰ ਵੀ ਤਿਆਗ ਲਿਆ, ਔਰ ਮਾਹੌਲ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋ ਗਏ ਕਿ ਉਸ ਮਾਹੌਲ ਦੇ ਵਹਿਣ ਵਿੱਚ ਵਹਿ ਕੇ ਲਗਾਤਾਰ ਹਕੂਮਤ ਦੇ ਬਿਰਤਾਂਤ ਨੂੰ ਆਪਣੇ ਉੱਤੇ ਭਾਰੂ ਕਰਾਇਆ ਤੇ ਐਸੀਆਂ ਨੌਨਸੈਂਸ ਗੱਲਾਂ ਕੀਤੀਆਂ। ਮਾਝੇ ਵਾਲੀ ਸਟੇਜ ਜਦੋਂ ਉੱਤੇ ਹਮਲਾ ਹੋਇਆ ਤਾਂ ਉਧਰ ਸਟੇਜ ਵੱਲ ਜਾਣ ਵਾਲੇ ਬੰਦਿਆਂ ਨੂੰ ਰੋਕਿਆ, ਆਪਣੇ ਵਲੰਟੀਅਰ ਖੜੇ ਕੀਤੇ ਔਰ ਸਟੇਜ ਤੋਂ ਐਲਾਨੀਆਂ ਕਿਹਾ ਕਿ ਉਧਰ ਨਾ ਜਾਇਆ ਜਾਵੇ ਔਰ ਮਾੜੇ ਲਫ਼ਜ਼ਾਂ ਨਾਲ ਹੀ ਵਰਤੇ। ਤੋਂ ਇਹ ਨਹੀਂ ਸੀ ਹੋਣਾ ਜੇ ਬੰਦੇ ਜ਼ਿੰਮੇਵਾਰੀ ਵਿੱਚ ਆਉਂਦੇ ਤੇ ਇਸ ਰੌਂ ਨੂੰ ਸਮਝਦੇ। ਜਿਹੜੀਆਂ ਹੋਰ ਦੁਨੀਆ ਭਰ ਦੀਆਂ ਸ਼ਖਸੀਅਤਾਂ ਆ, ਕਾਫੀ ਅਹਿਮ ਸ਼ਖਸੀਅਤਾਂ ਆ ਉਹਦੇ 'ਚ, ਉਹਨਾਂ ਵੱਲੋਂ ਲਗਾਤਾਰ ਇਹ ਸਾਰੇ ਸੰਘਰਸ਼ ਦੇ ਵਿੱਚ ਸਮਰਥਨ ਆ ਰਿਹਾ ਹੈ, ਉਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਉਹਦੇ ਪਿੱਛੇ ਕੀ ਕਾਰਨ? ਜਿਹੜਾ ਸਭ ਤੋਂ ਪਹਿਲਾ ਕਾਰਨ ਤੇ ਇਹੀ ਹੈ ਕਿ ਕਰੋਨਾ ਟਾਈਮ ਦੇ ਵਿੱਚ ਜਿਹੜਾ ਸਿੱਖਾਂ ਦਾ ਇਮੇਜ ਹੈ ਉਹ ਦੁਨੀਆ ਭਰ ਵਿੱਚ ਗਿਆ ਆ ਕਿ ਇਹ ਇੱਕ ਜਿਹੜੀ ਆ, ਕਿਉਂਕਿ ਜਿਹੜੇ ਵੈਸਟ ਦੇ ਬੰਦੇ ਆ ਉਹਨਾਂ ਨੂੰ ਇੱਕ ਖਾਸ ਲੈਂਗੁਏਜ ਵਿੱਚ ਗੱਲ ਸਮਝ ਲੱਗਦੀ, ਉਹਨਾਂ ਦਾ ਖਾਸ ਈਡੀਅਮ ਆ ਉਹ ਹੈਗਾ ਹਿਊਮਨ ਵੈਲਿਊਜ਼ ਵਾਲਾ, ਹਿਊਮਨ ਰਾਈਟਸ ਵਾਲਾ। ਤੇ ਇੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ ਤੇ ਉੱਥੇ ਸਭ ਤੋਂ ਪਹਿਲਾਂ ਜਿਹੜੀ ਗੱਲ ਕਹੀ ਆ ਉਹ ਇਹੀ ਕਹੀ ਕਿ ਇੱਥੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਆ, ਲੋਕਾਂ ਨੂੰ ਬਹੁਤ ਜ਼ਿਆਦਾ ਹਾਰਸ਼ ਵੈਦਰ ਵਿੱਚ ਬਹਿਣਾ ਪੈ ਰਿਹਾ ਔਰ ਲੰਬੇ ਸਮੇਂ ਤੋਂ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ। ਫਿਰ ਉਹਨਾਂ ਦੀ ਜਿਹੜੀਆਂ ਬੇਸਿਕ ਸਹੂਲਤਾਂ ਆ, ਪਾਣੀ ਆ ਜਾਂ ਹੋਰ ਵੀ ਸੈਨੀਟੇਸ਼ਨ ਆ, ਇਹ ਸਾਰੀਆਂ ਦੇ ਵਿੱਚ ਪ੍ਰੋਬਲਮ ਆ ਰਹੀ ਆ। ਤੇ ਉਹ ਤੋਂ ਅੱਗੇ ਜਿਹੜਾ ਹੈਗਾ ਆ ਐਕਸਪ੍ਰੈਸ਼ਨ, ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਆ ਉਹਨੂੰ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ, ਰੋਕਿਆ ਜਾ ਰਿਹਾ। ਤੇ ਉਸ ਤੋਂ ਵੀ ਅੱਗੇ ਜਿਹੜਾ ਫਿਰ ਅੱਗੇ ਆ ਡਿਜੀਟਲ ਵਰਲਡ ਆ ਜਾਂ ਸਾਈਬਰ ਸਪੇਸ ਆ ਜਿਹਦੇ ਵਿੱਚ ਉਹਨਾਂ ਦੀ ਗੱਲ ਜਾਣ ਤੋਂ ਰੋਕਣ ਲਈ ਇੰਟਰਨੈਟ ਵਗੈਰਾ ਬੰਦ ਕਰ ਦਿੱਤਾ ਗਿਆ। ਤਾਂ ਇਹ ਗੱਲਾਂ ਜਦੋਂ ਬਾਹਰ ਜਾਂਦੀਆਂ ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਤੇ ਅਜੇ ਵੀ ਕੋਈ ਐਸਾ ਮੁਲਕ ਹੈਗਾ ਜਿੱਥੇ ਇਹ ਸਾਰਾ ਕੁਝ ਹੋ ਸਕਦਾ ਆ, ਕਿਉਂਕਿ ਉੱਥੇ ਉਹਨਾਂ ਦੇ ਲਈ ਇਹ ਸਭ ਕੁਝ ਐਕਸਪੈਕਟ ਨਹੀਂ ਕਰ ਸਕਦੇ ਉਹ ਕਿ ਕੋਈ ਸਰਕਾਰ ਉਹਨਾਂ ਨਾਲ ਇੰਜ ਕਰੇਗੀ ਜਿਵੇਂ ਸਾਡੇ ਨਾਲ ਇੱਥੇ ਹੁੰਦਾ ਹੈ। ਤੇ ਹਾਲਾਂਕਿ ਮੈਂ ਸਮਝਦਾ ਕਿ ਸਾਡੇ ਨਾਲ ਇਹ ਤੋਂ ਵੱਧ ਜ਼ੁਲਮ ਹੋਏ ਆ ਪਿਛਲੇ ਸਮੇਂ ਵਿੱਚ ਵੀ, ਪਰ ਉਹ ਜਾਂ ਉੱਥੇ ਪਹੁੰਚ ਨਹੀਂ ਸਕੇ, ਉਸ ਤਰ੍ਹਾਂ ਉਹਦੀ ਰਿਪਰੈਜ਼ੈਂਟੇਸ਼ਨ ਨਹੀਂ ਹੋਈ ਸੋਸ਼ਲ ਮੀਡੀਆ ਕਰਕੇ, ਹੁਣ ਥੋੜਾ ਸੌਖਾ ਆ। ਜਾਂ ਫਿਰ ਇਹਦੇ ਲੰਮਾ ਚੱਲਣ, ਇਸ ਸੰਘਰਸ਼ ਦੇ ਲੰਮਾ ਚੱਲਣ ਨਾਲ ਥੋੜਾ ਫੋਕਸਡ ਹੋ ਗਈ ਹੈ ਦੁਨੀਆ, ਇਸ ਪਾਸੇ ਵੱਲ ਦੇਖ ਰਹੀ ਹੈ ਕਿ ਕੁਝ ਹੋ ਰਿਹਾ ਆ ਇੱਥੇ, ਜਿਹਨੂੰ ਅਸੀਂ ਬਾਰ-ਬਾਰ ਕਹਿੰਦੇ ਆ ਰਹੇ ਹਾਂ ਕਿ ਇਹ ਜਿਹੜਾ ਮੋਰਚਾ ਆ ਇਹਦੀ ਮਾਰ ਕੇਵਲ 3 ਖੇਤੀ ਕਾਨੂੰਨਾਂ ਤੱਕ ਨਹੀਂ ਆ, ਇਹ ਪੂਰੇ ਵਰਲਡ ਆਰਡਰ ਨੂੰ ਐਡਰੈਸ ਹੋ ਰਹੇ ਆ ਜਿਹੜੇ ਸਿੱਖ ਆ ਇਸ ਵੇਲੇ, ਪੰਜਾਬ ਜਿਹੜਾ ਇਸ ਵੇਲੇ। ਤੇ ਉਹਦੇ ਵਿੱਚ ਜਿਹੜਾ ਹਰਿਆਣੇ ਦੀ ਜਾਂ ਹੋਰ ਇਹ ਸਾਰੀ ਜਾਟ ਸ਼ਮੂਲੀਅਤ ਹੋਈ ਆ ਉਹਨੂੰ ਵੀ ਵੱਡੇ ਤੌਰ ਤੇ ਦੇਖਿਆ ਜਾ ਰਿਹਾ ਕਿ ਕਿਸ ਤਰ੍ਹਾਂ ਇਹ ਇਨਕਲੂਸਿਵਨੈਸ ਨਾਲ ਚੱਲ ਰਿਹਾ। ਤੇ ਇਹ ਇਨਕਲੂਸਿਵਨੈਸ ਜਿਹੜੀ ਰੱਖੀ ਜਾ ਰਹੀ ਆ, ਇਹ ਰੱਖਣ ਪਿੱਛੇ ਵੀ ਸਿੱਖ ਫਲਸਫਾ ਤੇ ਜਿਹੜੇ ਸਿੱਖ ਸਿਧਾਂਤ ਆ ਉਹ ਕੰਮ ਕਰ ਰਹੇ ਆ ਕਿ ਅਦਰ ਨੂੰ ਥਾਂ ਦੇਣੀ। ਜਦੋਂ ਅਸੀਂ ਅਦਰ ਨੂੰ ਥਾਂ ਨਹੀਂ ਦਿੰਦੇ ਤਾਂ ਉਹ ਫਿਰ ਜਿਹੜੀ ਉਹਦੀ ਸਪੇਸ ਜਦੋਂ ਸੁੰਗੜਦੀ ਆ ਤੇ ਫਿਰ ਉਹ ਸਾਡਾ ਸਹਿਯੋਗੀ ਨਹੀਂ ਬਣਦਾ। ਤੇ ਸਾਡੇ ਲਈ ਤੇ ਅਦਰ ਸੇਵਾ ਦਾ ਥਾਂ ਆ, ਜਦੋਂ ਅਸੀਂ ਲੰਗਰ ਲਾਉਂਦੇ ਆ ਤੇ ਉਹ ਅਦਰ ਦੇ ਲਈ ਲਾਉਂਦੇ ਆ। ਤੇ ਵੈਸਟ ਦੇ ਲਈ ਜਿਹੜਾ ਇਹ ਬਹੁਤ ਵੱਡਾ ਇੱਕ ਕਹਿ ਲਓ ਕਿ ਚਮਤਕਾਰ ਆ ਕਿ ਕੋਈ ਐਸਾ ਫਲਸਫਾ ਧਾਰਮਿਕ ਤੌਰ ਤੇ ਵੀ ਹੈਗਾ ਆ ਜਿਹੜਾ ਅਦਰ ਨੂੰ ਥਾਂ ਦਿੰਦਾ ਹੈ। ਇਹਦੀ ਠੀਕ ਇੰਟਰਪ੍ਰੀਟੇਸ਼ਨ ਅਜੇ ਆਪਾਂ ਨਹੀਂ ਕੀਤੀ, ਪਰ ਜਿੰਨੀ ਵੀ ਉਹਨਾਂ ਕੋਲ ਗਈ ਹੈ ਉਹ ਸਾਡੇ ਅਮਲ ਦੇ ਰਾਹੀਂ ਗਈ ਹੈ। ਜਿਹੜਾ ਅਮਲ ਆ ਲੋਕ ਸਰਬੱਤ ਦੇ ਭਲੇ ਵਾਲਾ, ਉਸ ਅਮਲ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਲਿਆ। ਤੇ ਦੂਸਰਾ ਹੈਗਾ ਆ ਕਿ ਇਹਦਾ ਅਸਰ ਸਾਡੇ ਇੰਡੀਆ ਵਾਲੇ ਪਾਸੇ ਕੀ ਪੈ ਰਿਹਾ। ਤੇ ਇਹਦੇ ਵਿੱਚ ਗੱਲ ਇੱਕ ਬੜੀ ਇੰਟਰਸਟਿੰਗ ਸਾਹਮਣੇ ਆਈ ਆ ਕਿ ਕੋਈ ਮੈਕੈਨਿਜ਼ਮ ਇੰਡੀਆ ਵਿੱਚ ਚੱਲ ਰਿਹਾ ਹੈ ਜਿਹੜਾ ਆਮ ਬੰਦੇ ਨੂੰ ਭਗਤ ਵਿੱਚ ਕਨਵਰਟ ਕਰ ਰਿਹਾ। ਤਾਂ ਉਹ ਮੈਕੈਨਿਜ਼ਮ ਨੂੰ ਅਸੀਂ ਐਡਰੈਸ ਨਹੀਂ ਹੋਏ ਸਾਰੇ ਇਸ ਮੋਰਚੇ ਦੌਰਾਨ ਵੀ, ਅਦਰਵਾਈਜ਼ ਵੀ ਸਿੱਖ ਪੋਲਿਟਿਕਸ ਜਿਹੜੀ ਆ ਜਾਂ ਜਿਹੜੀ ਇੰਡੀਆ ਦੀ ਪੋਲਿਟਿਕਸ ਆ, ਜਿਹੜੀ ਸੈਕੂਲਰ ਲਿਬਰਲ ਪੋਲਿਟਿਕਸ ਵੀ ਆ, ਉਹ ਵੀ ਅਜੇ ਤੱਕ ਉਸ ਮੈਕੈਨਿਜ਼ਮ ਨੂੰ ਐਡਰੈਸ ਨਹੀਂ ਕਰ ਪਾਈ ਜਿਹਦੇ ਨਾਲ ਇੱਕ ਆਮ ਬੰਦਾ ਭਗਤ ਵਿੱਚ ਟਰਾਂਸਫਾਰਮ ਹੋ ਜਾਂਦਾ। ਉਹ ਕਿਹੜੀਆਂ ਐਸੀਆਂ ਵਿਧੀਆਂ ਨੇ ਜਿਨ੍ਹਾਂ ਨੂੰ ਵਰਤ ਕੇ ਆਮ ਲੋਕਾਂ ਨੂੰ ਭਗਤ ਵਿੱਚ ਟਰਾਂਸਫਾਰਮ ਕਰ ਦਿੱਤਾ ਜਾਂਦਾ ਹੈ। ਤਾਂ ਜਦੋਂ ਇਹੋ ਜਿਹਾ ਇੱਕ ਮਾਹੌਲ ਹੋਵੇ ਤੇ ਉਹਦੇ ਵਿੱਚ ਜਦੋਂ ਕੋਈ ਇੰਟਰਨੈਸ਼ਨਲ ਪਰਸਨੈਲਿਟੀ ਜਿਹੜੀ ਆ ਉਹ ਤੁਹਾਡੇ ਹੱਕ ਵਿੱਚ ਖੜਦੀ ਆ ਤਾਂ ਉਹਦਾ ਸਮਝਦਾਰ ਲੋਕ ਜਿਹੜੇ ਨੇ ਉਹਨਾਂ ਵਿੱਚ ਤਾਂ ਅਸਰ ਜਾਂਦਾ ਆ, ਜਿਹਦਾ ਕਰਕੇ ਉਹ ਇੰਨਾ ਐਕਟੀਵੇਟ ਹੋਏ ਆ ਤੇ ਉਹਨਾਂ ਨੇ ਕਾਊਂਟਰ ਜਿਹੜਾ ਜਵਾਬ ਵੀ ਦਿੱਤਾ ਆ। ਪਰ ਜਿਹੜੇ ਆਮ ਲੋਕ ਹੁੰਦੇ ਆ, ਆਮ ਪਬਲਿਕ ਹੁੰਦੀ ਆ, ਉਹਦੇ ਵਿੱਚ ਫਿਰ
ਉਹਦਾ ਪੋਜ਼ਿਟਿਵ ਰਿਸਪੌਂਸ ਉਸ ਤਰ੍ਹਾਂ ਜਾਂਦਾ ਨਹੀਂ। ਉਸ ਮੈਕੈਨਿਜ਼ਮ ਨੂੰ ਵੀ ਐਡਰੈਸ ਕਰਨ ਦੀ ਲੋੜ ਹੈ। ਤੇ ਜਿਹੜਾ ਇਹ ਪਹਿਲਾਂ ਤੇ ਇਹਨੂੰ ਜੀ ਆਇਆਂ ਕਹਿਣਾ ਚਾਹੀਦਾ ਹੈ, ਇਹ ਸ਼ੁਭ ਸ਼ਗਨ ਆ, ਇਹ ਰੱਬ ਵੱਲੋਂ ਹੋ ਰਿਹਾ ਆ ਜਾਂ ਕੋਈ ਇਹਦੇ ਪਿੱਛੇ ਐਫਰਟਸ ਹੋ ਰਹੇ ਆ, ਉਹਦਾ ਤੇ ਮੈਨੂੰ ਨਹੀਂ ਜਾਣਕਾਰੀ। ਮੈਂ ਸਮਝਦਾ ਵੀ ਰੱਬ ਵੱਲੋਂ ਹੀ ਹੋ ਰਿਹਾ। ਜਿੰਨਾ ਇੱਥੇ ਜ਼ੁਲਮ ਵਾਪਰ ਰਿਹਾ ਆ, ਜਿੰਨੇ ਇੱਥੇ ਲੋਕ ਤੰਗੀ ਵਿੱਚ ਜੀ ਰਹੇ ਆ ਇਸ ਸਾਰੇ ਸੰਘਰਸ਼ ਨੂੰ ਚਲਾਉਣ ਲਈ, ਇਹਨੂੰ ਲੜਨ ਲਈ, ਤਾਂ ਉੱਥੇ ਇਸ ਤਰ੍ਹਾਂ ਦੀ ਹਮਾਇਤ ਦਾ ਜੁੜਨਾ ਬਹੁਤ ਹੀ ਪੋਜ਼ਿਟਿਵ ਆ। ਔਰ ਇਹਦੇ ਵਿੱਚ ਜਿਹੜਾ ਅਮਰੀਕਾ ਔਰ ਕੈਨੇਡਾ ਜਿਵੇਂ ਸ਼ਾਮਲ ਹੋਇਆ, ਇਸ ਤਰ੍ਹਾਂ ਹੀ ਅਸੀਂ ਯੂਰਪ ਦੇ ਬੰਦਿਆਂ ਨੂੰ, ਆਸਟ੍ਰੇਲੀਆ ਦੇ ਬੰਦਿਆਂ ਨੂੰ ਸ਼ਾਮਲ ਕਰਨ ਵਿੱਚ ਕਾਮਯਾਬ ਹੋ ਜਾਈਏ, ਤਾਂ ਜਿਹੜਾ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਅੰਤਰਰਾਸ਼ਟਰੀ ਦਬਾਅ ਉਹ ਬਣਨਾ ਸ਼ੁਰੂ ਹੋ ਗਿਆ ਆ, ਉਹਦੀ ਜਿਹੜੀ ਪਹਿਲੀ ਝਲਕ ਆ ਉਹ ਇਹ ਮਿਲੀ ਕਿ ਇਹ ਦੇਖੋ ਇੰਡੀਆ ਦੀ ਕਿਸ ਤਰ੍ਹਾਂ ਦੀ ਜੱਬਲ ਹਕੂਮਤ ਆ ਕਿ ਉਹ ਇੱਕ ਟਵੀਟ ਨਾਲ ਹੀ ਏਦਾਂ ਹਿੱਲ ਜਾਂਦੇ ਆ। ਕਿ ਅਸੀਂ ਟਵੀਟ ਨੂੰ ਇੰਨਾ ਸੀਰੀਅਸ ਲੈਂਦੇ ਹੀ, ਟਵਿੱਟਰ ਨੂੰ ਸੀਰੀਅਸ ਲਿਆ ਹੀ ਨਹੀਂ ਕਦੀ ਸਿੱਖਾਂ ਨੇ, ਤੇ ਉਹ ਪਹਿਲੀ ਵਾਰੀ ਥੋੜਾ ਜਿਹਾ ਸੀਰੀਅਸ ਲਿਆ ਤੇ ਇਹ ਕਿੱਧਰ ਨੂੰ ਗੱਲ ਜਾ ਰਹੀ ਹੈ। ਤੇ ਜਿਹੜੇ ਇਹ ਸਾਡੇ ਇੰਟਰਨੈਸ਼ਨਲ ਪਰਸਨੈਲਿਟੀਜ਼ ਨੇ, ਖਾਸ ਤੌਰ ਤੇ ਦੋ ਜਿਹੜੀ ਸੀਗੀਆਂ UNO ਸਪੀਚ ਕਰਨ ਵਾਲੀ ਲੜਕੀ ਸੀਗੀ ਜਿਹੜੀ ਗ੍ਰੇਟਾ ਥਨਬਰਗ ਤੇ ਰਿਹਾਨਾ ਵਾਲਾ, ਤਾਂ ਉਹਦੇ ਨਾਲ ਹੋਰ ਜਿਹੜੀਆਂ ਪਰਸਨੈਲਿਟੀਜ਼ ਨੇ ਉਹਨਾਂ ਦੇ ਵਿੱਚ ਵੀ ਇਸ ਗੱਲ ਦੀ ਕੌਨਸ਼ੀਅਸਨੈਸ ਆਈ। ਉਸ ਤੋਂ ਬਾਅਦ ਕਮਲਾ ਹੈਰਿਸ ਤੇ ਪਰਿਵਾਰ ਵਿੱਚੋਂ ਆਇਆ। ਉਸ ਤੋਂ ਬਾਅਦ ਇੱਕ ਹੋਰ ਵੀ ਮੈਂ 4-5 ਹੋਰ ਦੇਖੇ ਨੇ। ਔਰ ਫਿਰ ਗਵਰਨਰਸ ਜਿਹੜੇ ਨੇ ਅਮਰੀਕਾ ਦੇ, ਕਾਫੀ ਗਵਰਨਰਸ ਨੇ, ਮੇਅਰਸ ਨੇ, ਜਿਹੜਾ ਆ ਉਹ ਉੱਥੇ ਇਹਦੇ ਹੱਕ ਵਿੱਚ ਬੋਲਣਾ ਸ਼ੁਰੂ ਕੀਤਾ ਹੈ। ਬੜੀ ਪੋਜ਼ਿਟਿਵ ਗੱਲ ਹੈ। ਇਸੇ ਤਰ੍ਹਾਂ ਬਾਕੀ ਕੰਟਰੀਜ਼ ਦੇ ਜਿਹੜੇ ਗਵਰਨਰਸ ਨੇ ਜਾਂ ਜਿਹੜੇ ਹੈਗੇ ਨੇ ਉੱਥੋਂ ਦੇ ਮੇਅਰਸ ਨੇ, ਉਹਨਾਂ ਕੋਲੋਂ ਵੀ ਇਸ ਤਰ੍ਹਾਂ ਦੇ ਬਿਆਨ ਦੇਣ ਲਈ ਮੇਰੇ ਖਿਆਲ ਨਾਲ ਤਾਂ ਉਦਮ ਸ਼ੁਰੂ ਹੋ ਹੀ ਚੁੱਕੇ ਹੋਣਗੇ, ਕਿਉਂਕਿ ਬਾਹਰਲੇ ਥੋੜੇ ਆਪਣੇ ਨਾਲ ਐਡਵਾਂਸ ਹੈ ਇੱਥੋਂ ਨਾਲੋਂ। ਤੇ 1-2 ਦਿਨ ਤੱਕ, 4 ਦਿਨਾਂ ਤੱਕ ਉਹ ਵੀ ਸਾਹਮਣੇ ਆ ਜਾਏਗੀ ਗੱਲ ਕਿ ਉਧਰੋਂ ਹੋਰ ਪਾਸਿਆਂ ਤੋਂ ਵੀ ਸ਼ਾਇਦ ਇਹ ਜਿਹੜੀ ਆ ਆਵਾਜ਼ ਬੁਲੰਦ ਹੋ ਜਾਏਗੀ। ਇਹ ਇੱਕ ਚੰਗਾ ਸ਼ਗਨ ਹੈ ਤੇ ਇਹਦਾ ਪ੍ਰੈਸ਼ਰ ਬਿਲਡ ਹੋ ਰਿਹਾ ਹੈ ਤੇ ਵਧੀਆ ਗੱਲ ਹੈ, ਤੇ ਇਹਨੂੰ ਕੰਟੀਨਿਊ ਕਰਨਾ ਚਾਹੀਦਾ। ਹੋਰ ਇਹ ਇੱਕ ਗੱਲ ਆਪਾਂ ਜਾਣਦੇ ਹਾਂ ਕਿ ਆਗੂ ਆਪਣੇ ਮੂੰਹੋਂ ਵੀ ਹੁਣ ਤੱਕ ਕਹਿੰਦੇ ਰਹੇ ਕਿ ਹੁਣ ਤੱਕ ਜਿੱਥੇ ਤੱਕ ਸੰਘਰਸ਼ ਪਹੁੰਚਿਆ ਲੋਕਾਂ ਦੇ ਦਬਾਅ ਕਰਕੇ ਪਹੁੰਚਿਆ, ਤੇ ਈਵਨ ਕਿ ਬਹੁਤ ਜ਼ਿਆਦਾ ਮਤਲਬ ਨੰਗੇ ਚਿੱਟੇ ਰੂਪ ਦੇ ਵਿੱਚ, ਮੀਡੀਆ ਦੇ ਰੂਪ ਵਿੱਚ ਉਹ ਮੰਨਦੇ ਰਹੇ ਕਿ ਜੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਤੋਂ ਇੰਚ ਪਾਸੇ ਹੋਏ ਤਾਂ ਸਾਨੂੰ ਲੋਕਾਂ ਨੇ ਪੰਜਾਬ ਵੜਨ ਨਹੀਂ ਦੇਣਾ। ਸੋ ਹੁਣ ਜਿੱਥੇ ਆ ਕੇ ਸੰਘਰਸ਼ ਖੜ ਗਿਆ ਜਾਂ ਜਿੱਥੇ ਸੰਘਰਸ਼ ਦਾ ਲੈਵਲ ਹੁਣ ਪਹੁੰਚ ਗਿਆ, ਜਿਹੜਾ ਸੁਹਿਰਦ ਹਿੱਸਾ ਉਹ ਭਲੀ ਭਾਂਤ ਤੇ ਗੱਲ ਤੋਂ ਵਾਕਿਫ ਹੈ ਕਿ 2 ਸਿਨੈਰੀਓ ਮੋਟੇ ਰੂਪ 'ਚ ਜੇ ਆਪਾਂ ਲੈਨੇ ਆ ਕਿ ਜੇ ਬਿੱਲ, ਇੱਕ ਸਿਨੈਰੀਓ ਹੈਗਾ ਬਿੱਲ ਰੱਦ ਕਰਾ ਕੇ ਵਾਪਸ ਜਾਣ ਦਾ, ਇੱਕ ਹੈਗਾ ਕਿਸੇ ਹੋਰ ਉਹ ਰੱਦ ਤੋਂ ਬਿਨਾਂ ਕਿਸੇ ਸਮਝੌਤੇ ਤੇ ਵਾਪਸ ਜਾਣ ਦਾ। ਹੁਣ ਇਹ ਸੰਘਰਸ਼, ਅਸਲ ਸੰਘਰਸ਼ ਤਾਂ ਇੱਥੋਂ ਸ਼ੁਰੂ ਹੋਇਆ ਕਿਉਂਕਿ ਟੋਟਲੀ ਜਿਹੜੀ ਮਿਹਨਤ ਸੀ ਇੰਨੇ ਸਾਲਾਂ ਦੀ ਸਟੇਟ ਦੀ, ਉਹ ਚਕਨਾਚੂਰ ਹੋਈ ਹੈ ਇੱਕ ਵਾਰ ਪੰਜਾਬ ਦੇ ਸਬੰਧ ਦੇ ਵਿੱਚ। ਤਾਂ ਇੱਥੋਂ ਜੇਕਰ ਆਪਾਂ ਬਿੱਲ ਰੱਦ ਕਰਾ ਕੇ ਪਰਤਦੇ ਹਾਂ ਤਾਂ ਆਪਾਂ ਅਗਲੀ ਜਿਹੜੀ ਫਾਈਟ ਆ ਉਹ ਹੋਰ ਮਾਨਸਿਕਤਾ ਚੋਂ ਬੰਦਿਆਂ ਨੇ ਲੜਨੀ ਹੈ। ਤਾਂ ਜੇਕਰ ਉਹ ਤੋਂ ਬਿਨਾਂ ਕਿਸੇ ਹੋਰ ਸਮਝੌਤੇ ਤੇ ਜਾਂ ਕਹਿ ਲਈਏ ਨਿਰਾਸ਼ਾ 'ਚ ਪਰਤਦੇ ਆ ਤਾਂ ਉਹ ਹੋਰ ਮਾਨਸਿਕਤਾ ਚੋਂ ਅਗਲੀ ਫਾਈਟ ਜਿਹੜੀ ਉਹ ਲੜਨਗੇ। ਇਹ ਤਾਂ ਸੁਭਾਵਿਕ ਹੈ, ਇਹਦੇ 'ਚ ਕੋਈ ਦੋ ਰਾਹ ਹੀ ਨਹੀਂ ਮੇਰੇ ਖਿਆਲ। ਪਰ ਕਿਤੇ ਨਾ ਕਿਤੇ ਹੁਣ ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਹੜੇ ਆਗੂ ਹੈ ਉਹਨਾਂ ਦੇ ਉੱਤੇ ਲੋਕਾਂ ਦਾ ਜਿਹੜਾ ਦਬਾਅ ਹੈ, ਜਿਹੜਾ ਸੀਗਾ ਕਿਸੇ ਟਾਈਮ, ਉਹ ਹੁਣ ਘਟਦਾ ਜਾ ਰਿਹਾ। ਉਹ ਆਗੂਆਂ ਦੀ ਲਗਾਤਾਰ ਜਿਹੜੀ ਕਾਰਵਾਈ ਹੈ, ਜਿਹੜੇ ਉਹਨਾਂ ਦੇ ਅਮਲ ਨੇ, ਉਹਨਾਂ ਤੋਂ ਝਲਕ ਵੀ ਰਿਹਾ ਇਹ ਗੱਲ, ਹਨਾ। ਤੇ ਆਗੂ ਹੁਣ ਕਿਤੇ ਨਾ ਕਿਤੇ ਆਪਣੀ ਇੰਟਰਵਿਊ ਦੇ ਵਿੱਚ ਜਾਂ ਆਪਣੇ ਬਿਆਨਾਂ ਦੇ ਵਿੱਚ ਸ਼ੋ ਰਹੇ ਆ ਕਿ ਉਹ ਕਿਸੇ ਨਾ ਕਿਸੇ ਸਮਝੌਤੇ ਰੱਦ ਤੋਂ ਬਿਨਾਂ ਕਿਤੇ ਨਾ ਕਿਸੇ ਹੋਰ ਸਮਝੌਤੇ ਤੇ ਵੱਲ ਨੂੰ ਉਹਨਾਂ ਦੇ ਇਸ਼ਾਰੇ ਜਿਹੜੇ ਉਹ ਕਰ ਰਹੇ ਆਪਣੀਆਂ ਗੱਲਾਂ ਦੇ ਵਿੱਚ। ਤਾਂ ਇਸ ਗੱਲ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜਾ ਉਹ ਦਬਾਅ ਸੀ ਉਹ ਹੁਣ ਦੁਬਾਰਾ ਮੁੜ ਬਹਾਲ ਕਰਨ ਲਈ ਕੀ ਕੀਤਾ ਜਾ ਸਕਦਾ ਹੈ ਜਾਂ ਕੀ ਕਰਨਾ ਚਾਹੀਦਾ ਹੈ, ਉਹਦੀਆਂ ਕੀ ਸੰਭਾਵਨਾਵਾਂ ਨੇ? ਇੱਕ ਤਾਂ ਇਹਦੇ ਵਿੱਚ ਆਪਾਂ ਨੂੰ ਗੱਲ ਬਹੁਤ ਸਪਸ਼ਟ ਸਮਝਣੀ ਚਾਹੀਦੀ ਹੈ, ਜਿਹੜਾ ਆਪਣਾ ਸਿੱਖ ਭਾਵਨਾਵਾਂ ਤੋਂ ਇਸ ਸੰਘਰਸ਼ ਨਾਲ ਜੁੜਿਆ ਹੋਇਆ ਹਿੱਸਾ, ਉਹਨਾਂ ਦੇ ਲਈ ਇਹ ਜ਼ਰੂਰ ਸਮਝਣ ਦੀ ਗੱਲ ਹੈ ਕਿ ਇਹ ਖਾਲਸਾ ਪੰਥ ਦੀ ਸਟਰਗਲ ਨਹੀਂ ਹੈ। ਖਾਲਸਾ ਪੰਥ ਦੀ ਸਟਰਗਲ ਤਾਂ ਪਾਤਸ਼ਾਹੀ ਲਈ ਹੋਣੀ ਜਿੱਦਣ ਹੋਣੀ। ਇਹ ਸਟਰਗਲ ਸਾਡੇ ਲਈ ਆਪਣਾ ਜਿਹੜਾ ਭੂਮਿਕਾ ਹੈ ਉਹ ਤਾਂ ਸਹਿਯੋਗੀ ਵੀ ਹੈ। ਆਪਣੀ ਜੋ ਗੁਰੂ ਨੇ ਆਪਾਂ ਨੂੰ ਸਿਧਾਂਤ ਦਿੱਤਾ ਹੋਇਆ ਵੀ ਕਿਸੇ ਵੀ ਲੋੜਵੰਦ ਦੀ ਸਹਾਇਤਾ ਕਰਨੀ ਆ, ਕਿਸੇ ਵੀ ਨਤਾਣੇ ਦੇ ਨਾਲ ਖੜਨਾ, ਜਿਹੜਾ ਕੋਈ ਜਾਬਰ ਹੁੰਦਾ ਉਹਨੂੰ ਚੁਣੌਤੀ ਦੇਣੀ ਆ। ਸਿੱਖ ਤਾਂ ਉਸ ਭਾਵਨਾ ਦੇ ਵਿੱਚ ਇਸ ਸਟਰਗਲ 'ਚ ਨੇ। ਤੋ ਇੱਥੇ ਜਿਹੜਾ ਵੀ ਮੈਂ ਸਮਝਣਾ ਕਿ ਜਿਹੜਾ ਵੀ ਪੋਲੀਟੀਕਲ ਤੌਰ ਤੇ ਅਥੋਰੀਟੇਰੀਅਨ ਹੈ, ਸੈਂਟਰਲਾਈਜੇਸ਼ਨ ਦੀ ਪਾਲਿਸੀ ਲਾਗੂ ਕਰਦਾ ਹੈ, ਜਿਹੜੀ ਵਿਪਰ ਸੰਸਕਾਰ ਦੇ ਉੱਤੇ ਖੜਨ ਵਾਲੀ ਧਿਰ ਹੈ, ਜਿਹੜੀ ਇੰਪੀਰੀਅਲਿਸਟ ਹੈ ਤੇ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਨੂੰ ਪ੍ਰਮੋਟ ਕਰਨ ਵਾਲੀ ਧਿਰ ਹੈ, ਉਹਦੇ ਖਿਲਾਫ ਜੋ ਵੀ ਕੋਈ ਲੜਦਾ ਹੈ ਉਹਨੂੰ ਸਹਿਯੋਗ ਕਰਨਾ ਸਿੱਖਾਂ ਦੇ ਲਈ
ਸਿੱਖਾਂ ਦੇ ਇੱਕ ਅਕੀਦੇ ਚੋਂ ਸਿੱਖਾਂ ਦਾ ਇੱਕ ਫਰਜ਼ ਹੈ। ਸਿੱਖ ਤਾਂ ਉਸ ਫਰਜ਼ ਦੇ ਵਿੱਚੋਂ ਇਹਦੇ ਵਿੱਚ ਸਟਰਗਲ ਕਰ ਰਹੇ ਸੀ। ਇਹਦੇ ਜਿਹੜੇ ਨਿਸ਼ਾਨੇ ਤੈਅ ਕਰਨੇ ਆ, ਸਮਝੌਤੇ ਹੋਣੇ ਆ, ਗੱਲਬਾਤ ਹੋਣੀ ਆ, ਉਹ ਤਾਂ ਕਿਸਾਨ ਧਿਰਾਂ ਨੇ ਹੀ ਕਰਨੀ ਆ। ਤੋ ਹੁਣ ਜਿਹੜੀਆਂ ਕਿਸਾਨ ਧਿਰਾਂ ਨੇ ਉਹਦੇ ਵਿੱਚ ਕੱਲੀਆਂ ਪੰਜਾਬ ਦੀਆਂ ਨਹੀਂ ਰਹਿ ਗਈਆਂ। ਪਹਿਲਾਂ ਜਿਹੜੀ ਇਹ ਸੰਯੁਕਤ ਮੋਰਚੇ ਦੇ ਕੋਲ ਅਗਵਾਈ ਸੀਗੀ, ਹੁਣ ਜਿਹੜਾ ਇਹ ਦੇਖੋਗੇ ਜਦੋਂ ਜਿੱਦਾਂ ਜਿੱਦਾਂ ਇਹ ਸੈਟਲ ਹੁੰਦਾ ਜਾ ਰਿਹਾ, ਉਹਦੇ ਵਿੱਚ ਹੁਣ ਇਹ ਇਕੱਲੇ ਨਹੀਂ ਰਹਿ ਗਏ ਜਿਹੜੇ ਇਹਦੀ ਅਗਵਾਈ ਕਰਨ ਦੇ ਮਤਲਬ ਕੇਂਦਰ ਦੇ ਵਿੱਚ। ਉੱਥੇ ਯੂਪੀ ਦੇ ਜਿਹੜੇ ਮਤਲਬ ਜਾਟ ਕਮਿਊਨਿਟੀ ਆ, ਐਗਰੀਕਲਚਰ ਕਮਿਊਨਿਟੀ ਆ, ਉਹ ਕਾਫੀ ਪਾਵਰਫੁਲ ਹੋ ਗਈ ਆ। ਹਰਿਆਣੇ ਵਾਲਿਆਂ ਦੀ ਹੈਸੀਅਤ ਵੀ ਵੱਧ ਗਈ ਆ। ਤੋ ਮੈਨੂੰ ਲੱਗਦਾ ਕਿ ਜਦੋਂ ਚੀਜ਼ਾਂ ਸੈਟਲ ਹੋਣਗੀਆਂ ਤਾਂ ਇਹ ਪੰਜਾਬ ਦੀ ਹੋਣ ਵਾਲੀ ਜਿਹੜੀ ਸੰਯੁਕਤ ਮੋਰਚੇ ਵਾਲੀ ਲੀਡਰਸ਼ਿਪ ਹੈ, ਇਹ 30 ਨੰਬਰ ਦੇ ਉੱਤੇ ਹੋਏਗੀ। ਹੁਣ ਇਹਨਾਂ ਦੀ ਜਿਹੜੀ ਪਹਿਲੇ ਨੰਬਰ ਵਾਲੀ ਸਥਿਤੀ ਉਹ ਜਾਂਦੀ ਲੱਗਦੀ ਹੈ। ਤੋ ਸੋ ਹੁਣ ਜਦ ਇਹਨਾਂ ਨੇ ਜਿਹੜੇ ਲੀਡ ਨਹੀਂ ਪੰਜਾਬ ਕੋ ਰਹਿਣੀ, ਇਹਨਾਂ ਦੀਆਂ ਜਥੇਬੰਦੀਆਂ ਕੋ ਰਹਿਣੀ, ਤਾਂ ਹੁਣ ਤਾਂ ਸਾਂਝੇ ਰੂਪ ਦੇ ਵਿੱਚ ਜਿਸ ਗੱਲ ਦੇ ਉੱਤੇ ਆ ਕੇ ਸਮਝੌਤਾ ਹੋਊਗਾ ਤੇ ਉਹਦੇ ਵਿੱਚ ਉਸ ਤਰੀਕੇ ਦੇ ਨਾਲ ਇਹਨਾਂ ਦਾ ਵਜਨ ਉਨਾ ਨਹੀਂ ਰਹਿਣਾ। ਤੇ ਦੂਜੀ ਗੱਲ, ਸਿੱਖ ਪੱਖ ਤੋਂ ਜੇ ਆਪਾਂ ਸੋਚੀਏ ਕਿ ਆਪਣਾ ਰੋਲ ਸਹਿਯੋਗ ਦਾ, ਉਹ ਪਹਿਲਾਂ ਵੀ ਸਹਿਯੋਗ ਦਾ ਸੀਗਾ, ਹੁਣ ਵੀ ਸਹਿਯੋਗ ਦਾ ਹੀ ਰਹਿਣਾ। ਬਟ ਇਹ ਜ਼ਰੂਰ ਹੈਗਾ ਕਿ ਆਪਾਂ ਜਿਹੜਾ ਜਿੰਨਾ ਕੁ ਵੀ ਸਹਿਯੋਗ ਕਰਨਾ ਹੈ ਉਹਦੇ ਵਿੱਚ ਅਜੇ ਸਿੱਖ ਨਿੱਜੀ ਰੂਪ ਦੇ ਵਿੱਚ ਜਾਂ ਛੋਟੇ ਛੋਟੇ ਜਥਿਆਂ ਦੇ ਰੂਪ ਸਹਿਯੋਗ ਕਰ ਰਹੇ ਸੀਗੇ, ਉਹ ਜਿਹੜੇ ਸਹਿਯੋਗੀ ਹੈਗੇ ਸਟਰਗਲ ਦੇ, ਉਹਨਾਂ ਨੂੰ ਕੋਈ ਤਾਲਮੇਲ ਦੇ ਲਈ ਕੋਈ ਗਰੁੱਪ, ਕੋਈ ਜਥਾ ਵਗੈਰਾ ਜ਼ਰੂਰ ਬਣਾਉਣਾ ਚਾਹੀਦਾ, ਤਾਂ ਕਿ ਜਿਹੜੀ ਸਹਿਯੋਗ ਹੈ ਉਹ ਕੋਆਰਡੀਨੇਸ਼ਨ 'ਚ ਹੋਏ। ਤੇ ਜੇ ਕੋਈ ਸਿੱਖਾਂ ਦੀਆਂ ਭਾਵਨਾਵਾਂ ਹਨ ਵੀ ਜਿਹੜੀਆਂ ਆਪਾਂ ਨੂੰ ਗਾਹੇ ਵਗਾਹੇ ਜ਼ਾਹਰ ਕਰਨੀਆਂ ਪੈਣੀਆਂ, ਜਦੋਂ ਕਿਤੇ ਸਿੱਖ ਸਿੰਬਲਸ ਦੇ ਖਿਲਾਫ ਬੋਲਿਆ ਜਾਂਦਾ ਰਿਹਾ ਜਾਂ ਕੋਈ ਸਿੱਖ ਪਰਸਨੈਲਿਟੀ ਦੇ ਖਿਲਾਫ ਬੋਲਿਆ ਜਾਂਦਾ ਰਿਹਾ, ਤਾਂ ਉਹ ਜਿਹੜੀਆਂ ਭਾਵਨਾਵਾਂ ਜੇ ਆਪਾਂ ਪਛਾਣੀਆਂ ਵੀ ਆ ਲੀਡਰਸ਼ਿਪ ਤੱਕ, ਉਹਦੇ ਲਈ ਜ਼ਰੂਰ ਇੱਕ ਕੋਆਰਡੀਨੇਸ਼ਨ ਵਗੈਰਾ ਚਾਹੀਦੀ ਆ ਜਿਹੜੀ ਸਿੱਖ ਭਾਵਨਾ ਦੇ ਵਿੱਚ ਸਟਰਗਲ ਕਰ ਰਹੇ ਆ। ਤਾਂ ਉਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਜਿਹੜੇ ਆਪਾਂ ਨੇ ਸਿੱਖ ਨੁਕਤਾ ਨਿਗਾਹ ਤੋਂ ਇਹਦੇ ਵਿੱਚ ਸ਼ਾਮਲ ਹੈ, ਉਹਨਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਕਿ ਆਪਣਾ ਦਾਇਰਾ ਇਹਦੇ ਵਿੱਚ ਕਿੰਨਾ ਹੈ। ਉਹ ਕਈ ਵਾਰ ਆਪਾਂ ਉਦੋਂ ਥੋੜੀਆਂ ਅੱਗੇ ਦੀਆਂ ਗੱਲਾਂ ਜਾਂ ਐਕਸਪੈਕਟੇਸ਼ਨ ਰੱਖ ਰਹੇ ਹਾਂ, ਜਿਹਦੇ ਕਰਕੇ ਕਈ ਵਾਰ ਫਿਰ ਉਹਦੇ ਵਿੱਚ ਆਪਣੇ ਸੰਗਤ ਦੇ ਵਿੱਚ ਕਨਫਿਊਜ਼ਨ ਪੈਦਾ ਹੋ ਜਾਂਦਾ, ਭੰਬਲ ਗੁੱਸਾ ਪੈਦਾ ਹੁੰਦਾ। ਕਮਲਜੀਤ ਸਿੰਘ ਜੀ, ਤੁਸੀਂ ਕੁਝ ਐਡ ਕਰਨਾ ਹੋਵੇ? ਇਹ ਠੀਕ ਹੈ, ਵੱਲੋਂ ਇਸ ਮੋਰਚੇ ਦੇ ਸਹਿਯੋਗੀ ਵਾਲੀ ਜੰਮ ਰਹੇ ਹੋਏ ਆ, ਕੇਵਲ ਸਹਿਯੋਗ ਤੇ ਔਰ ਬੜਾ ਜ਼ਬਰਦਸਤ ਸਹਿਯੋਗ ਉਹ ਕੀਤਾ ਆ ਹੁਣ ਤੱਕ। ਤੇ ਉਹਦੇ ਵਿੱਚ ਹੋਰ ਕੋਈ ਵੀ ਜਿਹੜੀ ਸਿੱਖ ਕੰਸਰਨ ਆ, ਜਿਹੜੇ ਹਿੰਦੁਸਤਾਨ ਵਿੱਚ ਉਹਨਾਂ ਦੀ ਹੋਂਦ ਹਸਤੀ ਨੂੰ ਲੈ ਕੇ ਰਾਜਨੀਤਿਕ ਪੱਖ ਤੋਂ, ਆਰਥਿਕ ਪੱਖ ਤੋਂ, ਕਿਸੇ ਪੱਖ ਤੋਂ ਜਿਹੜਾ ਸਿੱਖ ਨੁਕਤਾ ਨਿਗਾਇਆ ਜਾਂ ਜਿਹੜੀ ਸਿੱਖਾਂ ਦੀ ਇੱਕ ਵਿਸ਼ਵ ਨਜ਼ਰ ਆ, ਸਿੱਖਾਂ ਦੀ ਕਿਹੜੀ ਵਿਸ਼ਵ ਉਡਾਣ ਆ, ਉਹਨੂੰ ਉਹਦੇ ਵਿੱਚ ਸ਼ਾਮਲ ਨਹੀਂ ਹੋਣ ਤਾਂ ਇਹ ਸਾਰਾ ਉਹਦੇ 'ਚ ਵਧਾਈ ਦੇ ਪਾਤਰ ਨੇ ਸਾਰੀਆਂ ਧਿਰਾਂ, ਖਾਸ ਤੌਰ ਤੇ ਜਿਹੜੇ ਪਾਤਸ਼ਾਹੀ ਦਾਅਵੇ ਵਾਲੀਆਂ ਧਿਰਾਂ ਨੇ। ਪਰ ਇੱਕ ਵੱਡਾ ਹਿੱਸਾ ਸੰਗਤ ਵਿੱਚੋਂ ਐਸਾ ਹੈ ਜਿਹੜਾ ਇਸ ਮੋਰਚੇ ਤੋਂ ਵਿੱਚੋਂ ਕੁਝ ਐਕਸਪੈਕਟ ਕਰ ਰਿਹਾ ਸੀਗਾ। ਮੈਂ ਸਮਝਦਾ ਵੀ ਇਸ ਸਾਰੇ ਘਟਨਾਕ੍ਰਮ ਦੇ ਨਾਲ ਔਰ ਇਹਨਾਂ ਝੂਠੇ ਰਾਹਬਰਾਂ ਦੇ ਪਰਦੇ ਚਾਕ ਹੋ ਜਾਣ ਦੇ ਨਾਲ ਕੌਮ ਦੇ ਇੱਕ ਵੱਡੇ ਹਿੱਸੇ ਨੇ ਫਿਰ ਤੋਂ ਆਪਣੇ ਆਪ ਨੂੰ ਯਤੀਮ ਮਹਿਸੂਸ ਕੀਤਾ ਆ। ਇਹ ਇੱਕ ਗੱਲ ਆ ਜਿਹਦੀ ਸਾਡਾ ਧਿਆਨ ਮੰਗਦੀ ਆ ਕਿ ਉਹ ਵਾਲੀਆਂ ਭਾਵਨਾਵਾਂ ਜਿਹੜੀਆਂ ਇਸ ਮੋਰਚੇ ਵਿੱਚ ਇਸ ਭਾਵਨਾ ਦੀ ਚੇਤਨਤਾ ਨਾਲ ਨਹੀਂ ਸੀ ਗਈਆਂ ਕਿ ਇਹ ਸੰਘਰਸ਼ ਜਿਹੜਾ ਆ ਉਹ ਕੇਵਲ ਕਿਸਾਨੀ ਮੰਗਾਂ ਤੱਕ ਸੀਮਤ ਹੈ, ਭਾਵੇਂ ਕਿ ਅਸੀਂ ਸਾਡੇ ਵੱਲੋਂ ਹਰ ਸੰਭਵ ਯਤਨ ਹੋਇਆ ਹਰ ਸਮੇਂ ਤੇ ਇਹ ਗੱਲ ਨੂੰ ਕਿਸੇ ਵੀ ਤਰ੍ਹਾਂ, ਚਾਹੇ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਕੇਵਲ ਕਿਸਾਨੀ ਮੰਗਾਂ ਦਾ ਸੰਘਰਸ਼ ਆ, ਇਹ ਖਾਲਸੇ ਦੀ ਪ੍ਰਭੂ ਸੱਤਾ ਦਾ ਸੰਘਰਸ਼ ਨਹੀਂ ਆ। ਤੇ ਇਹਦੇ ਲਈ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਖਾਲਸੇ ਦੀ ਪ੍ਰਭੂ ਸੱਤਾ ਦਾ ਸੰਘਰਸ਼ ਆ ਉਹਦੀ ਨੇਚਰ ਡਿਫਰੈਂਟ ਹੋਏਗੀ, ਉਹ ਧਰਨਿਆਂ ਮੁਜ਼ਾਹਰਿਆਂ ਦੇ ਰਾਹ ਥਣੀ ਨਹੀਂ ਲੰਘਣਾ, ਉਹਦੇ ਲਈ ਕੁਝ ਹੋਰ ਕਰਨਾ ਪੈਣਾ। ਪਰ ਫਿਰ ਵੀ ਸੰਗਤ ਦਾ ਇੱਕ ਬਹੁਤ ਵੱਡਾ ਹਿੱਸਾ ਸੀਗਾ ਜਿਹੜਾ ਐਕਸਪੈਕਟ ਕਰ ਰਿਹਾ ਸੀਗਾ ਇਸ ਲੀਡਰਸ਼ਿਪ ਕੋਲੋਂ, ਇਸ ਸਾਰੇ ਮੋਰਚੇ ਦੇ ਕੋਲੋਂ, ਕਿ ਸ਼ਾਇਦ ਇਹਦੇ ਵਿੱਚ ਦੀ ਕੋਈ ਹੋਰ ਪ੍ਰਾਪਤੀ ਵੀ ਸੰਭਵ ਹੈ। ਤਾਂ ਉਹ ਸਾਰੇ ਜਿਹੜੀਆਂ ਧਿਰਾਂ ਸੀਗੀਆਂ, ਜਿਹੜੀਆਂ ਆਲੀਆਂ ਭੋਲੀਆਂ ਭਾਵਨਾਵਾਂ ਸੀਗੀਆਂ, ਉਹਨਾਂ ਨੂੰ ਇੱਕ ਯਤੀਮ ਹੋਣ ਦਾ ਅਹਿਸਾਸ ਹੋਇਆ। ਤੇ ਇਹਦੇ ਸਾਹਮਣੇ ਮੈਂ ਇਹ ਸਮਝਦਾ ਵੀ ਜਿੱਦਾਂ ਕਿਸੇ ਬੰਦੇ ਨੂੰ ਕੋਈ, ਜਿੱਦਾਂ ਕਹੀਏ ਵੀ ਕੋਈ ਕੌਮ ਦਾ ਰਾਹਬਰ ਕਦੋਂ ਪੈਦਾ ਹੁੰਦਾ ਹੈ, ਤਾਂ ਉਹ ਜਿਹੜੀ ਰਾਹਬਰ ਦੀ ਘਾਟ ਮਹਿਸੂਸ ਹੋਈ ਹੈ, ਪਹਿਲੀ ਗੱਲ ਇਹ। ਦੂਜਾ ਇਹ ਕਿ ਰਾਹਬਰ ਦੇ ਪੈਦਾ ਹੋਣ ਦੀਆਂ ਸੰਭਾਵਨਾਵਾਂ ਹੋਰ ਜ਼ਿਆਦਾ ਉਜਾਗਰ ਹੋ ਗਈਆਂ, ਪਰ ਅਜੇ ਜਿਹੜੀ ਚੀਜ਼ ਹੈ ਉਹ ਦੁਆ ਵਿੱਚ ਨਹੀਂ ਪਲਟੀ। ਕੌਮ ਦੀ
ਦਾ ਜਿਹੜਾ ਦਰਦ ਆ ਉਹਨੇ ਉਹਦੀ ਸ਼ਿੱਦਤ ਅਖਤਿਆਰ ਨਹੀਂ ਕੀਤੀ ਕਿ ਉਹ ਕਾਮਲ ਦੁਆ ਵਿੱਚ ਪਲਟ ਜੇ ਤੇ ਉਹਨੂੰ ਇੱਕ ਕਾਮਲ ਫੈਜ਼ ਨਸੀਬ ਹੋ ਜੇ। ਇਹ ਇੱਕ ਘਾਟ ਇਸ ਮੋਰਚੇ ਨੇ ਕੌਮ ਦੇ ਸਾਹਮਣੇ ਖੜੀ ਕਰਕੇ ਦਿਖਾ ਦਿੱਤੀ ਆ, ਤੇ ਜਿਹਦਾ ਕਰਕੇ ਕੌਮ ਨੂੰ ਹੁਣ ਸਾਂਝੇ ਰੂਪ ਵਿੱਚ ਇੱਕ ਜਰਨੈਲ ਲਈ ਅਰਦਾਸ ਕਰਨੀ ਪਏਗੀ। ਉਸ ਅਰਦਾਸ ਦੇ ਨੂੰ ਫਲ ਲੱਗੇਗਾ, ਫਿਰ ਉਹ ਫੈਜ਼ ਹੋਏਗਾ ਤੇ ਕੌਮ ਦਾ ਅਗਲਾ ਜਿਹੜਾ ਕਹਿ ਲਓ ਕਿ ਸਫ਼ਰ ਆ, ਜਿਹੜਾ ਅਗਲਾ ਰਾਜਨੀਤਿਕ ਫੇਜ਼ ਆ, ਉਹ ਫਿਰ ਹੀ ਆਰੰਭ ਹੋਏਗਾ ਜਦੋਂ ਇਸ ਤਰ੍ਹਾਂ ਦੀ ਜਿਹੜੀ ਅਰਦਾਸ ਆ, ਦੁਆ ਆ, ਉਹ ਕੌਮ ਦੇ ਨਾਲ ਖੜੇਗੀ। ਤੇ ਜਿਹਦੇ ਵਿੱਚੋਂ ਆਪਾਂ ਇਹੀ ਦੁਆ ਕਰ ਸਕਦੇ ਹਾਂ ਕਿ ਕੌਮ ਜਾਗਰਤ ਹੋਈ ਆ ਜਿਹੜੀ, ਉਹਨੂੰ ਅਗਲਾ ਰਸਤਾ ਮਿਲੇ ਔਰ ਕੌਮ ਜਿਹੜੀ ਆ ਉਹ ਇਸ ਸੰਘਰਸ਼ ਨੂੰ ਜਿੱਤਣ ਹਾਰਨ ਤੋਂ ਬਗੈਰ ਹੀ ਜਿਸ ਮੁਕਾਮ ਤੇ ਚਲੀ ਗਈ ਆ ਉਸ ਮੁਕਾਮ ਤੋਂ ਅਗਲੇ ਮੁਕਾਮ ਹਾਸਲ ਕਰੇ। ਕੌਮ ਦੀ ਬਹੁਤ ਜ਼ਿਆਦਾ ਜਿਹੜੀ ਸੌਫਟ ਪਾਵਰ ਆ ਕੰਸੋਲੀਡੇਟ ਹੋ ਚੁੱਕੀ ਆ ਔਰ ਬਹੁਤ ਜ਼ਿਆਦਾ ਜਿਹੜਾ ਆ ਉਹ ਇੱਜ਼ਤ ਰਸੂਖ ਕੌਮ ਦਾ ਅੱਗੇ ਨਾਲ ਵੱਧ ਚੁੱਕਾ ਆ। ਜਿਹਨੂੰ ਕਹਿ ਲੈਂਦੇ ਕਿ ਮੁਰਾਲ ਉੱਚਾ ਹੋ ਚੁੱਕਾ ਆ। ਨੈਤਿਕ ਤੌਰ ਤੇ ਜੇਤੂ ਅੰਦਾਜ਼ ਵਿੱਚ ਕੌਮ ਹੁਣ ਚੱਲ ਰਹੀ ਆ ਤੇ ਆਗੂਆਂ ਤੋਂ ਉਹ ਨਿਰਾਸ਼ ਆ, ਪਰ ਉਂਝ ਕੌਮ ਨਿਰਾਸ਼ ਨਹੀਂ ਹੈ। ਕੌਮ ਨਿਰਾਸ਼ ਜੋ ਬਾਹਰ ਆ ਚੁੱਕੀ ਹੈ ਤੇ ਕੌਮ ਦੀਆਂ ਆਸਾਂ ਜਾਗਰਤ ਹੋ ਚੁੱਕੀਆਂ। ਤੇ ਹੁਣ ਜਿੱਦਾਂ ਮੁਸਲਮਾਨ ਭਰਾ ਕਹਿੰਦੇ ਹੁੰਦੇ ਕਿ ਇਨਸ਼ਾ ਅੱਲਾ ਉਹ ਰੱਬ ਦੀ ਮਿਹਰ ਨਾਲ ਇਹ ਜ਼ਰੂਰ ਚੰਗੇ ਪਾਸੇ ਹੀ ਇਹ ਸਾਰਾ ਕੁਝ ਜਾਣਾ ਆ। ਇਹ ਮੋਰਚੇ ਦਾ ਰਿਜ਼ਲਟ ਭਾਵੇਂ ਕੋਈ ਵੀ ਨਿਕਲੇ, ਪਰ ਕੌਮ ਨੇ ਆਪਣੇ ਇਸ ਸਾਰੇ ਸੰਘਰਸ਼ ਦੇ ਵਿੱਚ। ਹਾਂਜੀ ਜੀ, ਬਹੁਤ ਸ਼ੁਕਰੀਆ ਭਾਈ ਮਨਤੀਰ ਸਿੰਘ ਤੇ ਕਮਲਜੀਤ ਸਿੰਘ ਹੋਣਾ ਦਾ ਹੁਣ ਤੱਕ ਦੀ ਸਾਰੀ ਗੱਲਬਾਤ ਲਈ। ਸੋ ਅੱਜ ਦੀ ਇਹ ਸਾਰੀ ਗੱਲਬਾਤ ਦੇ ਵਿੱਚ ਆਪਾਂ ਕਾਫੀ ਨੁਕਤਿਆਂ ਦੇ ਉੱਤੇ ਗੱਲਬਾਤ ਕੀਤੀ, ਜੋ ਉਹਦੇ ਵੀ ਕਾਫੀ ਪੱਖਾਂ ਦੇ ਉੱਤੇ ਗੱਲਬਾਤ ਹੋਈ ਤੇ ਭਵਿੱਖ ਦੇ ਵਿੱਚ ਕੀ ਕੀਤਾ ਜਾ ਸਕਦਾ ਉਹਦੇ ਵੱਲ ਵੀ ਇਸ਼ਾਰੇ ਆਪਾਂ ਕੀਤੇ ਆ ਸਾਰੀ ਗੱਲਬਾਤ ਦੇ ਦੌਰਾਨ। ਸੋ ਸੰਵਾਦ ਵੱਲੋਂ ਵੀ ਇਹ ਅਰਦਾਸ ਹੈ ਕਿ ਗੁਰੂ ਪਾਤਸ਼ਾਹ ਮਿਹਰ ਕਰਨ, ਅਸੀਂ ਜੋ ਵਾਪਰਿਆ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਭਵਿੱਖ ਦੇ ਵਿੱਚ ਅੱਗੇ ਜਿੱਤ ਵੱਲ ਨੂੰ ਜਾਈਏ, ਚੜ੍ਹਦੀ ਕਲਾ ਵੱਲ ਨੂੰ ਜਾਈਏ। ਪਾਤਸ਼ਾਹ ਮਿਹਰ ਕਰਨ ਇਸੇ ਤਰ੍ਹਾਂ ਹੋਵੇ। ਸੋ ਇੰਨੀਆਂ ਗੱਲਾਂ ਬਾਤਾਂ ਦੇ ਨਾਲ ਆਪਾਂ ਹੁਣ ਫਤਿਹ ਸਾਂਝੀ ਕਰਕੇ ਇਜਾਜ਼ਤ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।